Hello, my dear students. How are you all? I hope you all are fine and safe at your home. Myself, Kavita Gandhi, Science Mistress from Government Senior Secondary School, Pargonagar Boys, Jalandhar. तो बेटा जी आज ਅਸੀਂ ਜੋ NTSC ਦੇ ਪੇਪਰ ਦੀ ਤਿਆਰੀ ਲਈ ਚੈਪਟਰ ਕਰਨ ਜਾ ਰਹੇ ਹਾਂ ਉਹ ਹੈ ਕਾਬੂ ਅਤੇ ਤਾਲਮੇਲ ਕੰਟਰੋਲ ਐਂਡ ਕੋਆਰਡੀਨੇਸ਼ਨ। तो चलो ਇਹਦੀ ਪਹਿਲੇ ਥੋੜੀ ਇੰਟਰੋਡਕਸ਼ਨ ਪੜ੍ਹ ਲਈਏ। ਬੱਚੇ ਜਿੰਨੇ ਵੀ ਲਿਵਿੰਗ ਬੀਇੰਗਸ ਨੇ ਉਹਨਾਂ ਦੇ ਸਰੀਰ ਦੇ ਕੰਮਕਾਜ ਤੇ ਰੱਖ ਰਖਾਵ ਯਾਨੀ ਕਿ ਉਹਨਾਂ ਦੀ ਮੇਨਟੇਨੈਂਸ ਲਈ ਤੇ ਫੰਕਸ਼ਨਿੰਗ ਲਈ ਜੈਵਿਕ ਪ੍ਰਕਿਰਿਆਵਾਂ ਲਾਈਫ ਪ੍ਰੋਸੈਸਿਸ ਜ਼ਰੂਰੀ ਨੇ। ਬੱਚੇ ਜਿੰਨੀਆਂ ਵੀ ਲਿਵਿੰਗ ਬੀਇੰਗਸ ਦੇ ਅੰਦਰ ਹੋਣ ਵਾਲੀਆਂ ਮੂਵਮੈਂਟਸ ਨੇ ਜਾਂ ਆਪਾਂ ਕਹੀਏ ਜਾਂ ਜਿਸ ਤਰ੍ਹਾਂ ਉਹਨਾਂ ਵਿੱਚ ਹੋਣ ਵਾਲਾ ਜਿਹੜਾ ਵਾਧਾ ਹੈ ਉਹਨਾਂ ਸਭ ਲਈ ਕਾਬੂ ਅਤੇ ਤਾਲਮੇਲ ਜ਼ਿੰਮੇਵਾਰ ਹੈ। ਅਗਰ ਆਪਾਂ ਪਲਾਂਟਸ ਦੀ ਗੱਲ ਕਰੀਏ ਫੋਰ ਐਗਜ਼ਾਮਪਲ ਸਟੈਮ ਦੀ ਮੂਵਮੈਂਟ ਹੋ ਰਹੀ ਹੈ, ਸੀਡ ਦੀ ਜਰਮੀਨੇਸ਼ਨ ਹੋ ਰਹੀ ਹੈ, ਉਹਦੀ ਵੀ ਗਰੋਥ ਚੱਲ ਰਹੀ ਹੈ, ਇਹ ਸਭ ਕੁਝ ਲਈ ਕੌਣ ਰਿਸਪੌਂਸੀਬਲ ਹੈ? ਕੰਟਰੋਲ ਐਂਡ ਕੋਆਰਡੀਨੇਸ਼ਨ। ਦੈਨ ਆਪਾਂ ਪੜ੍ਹਦੇ ਹਾਂ ਕਿ ਕੁਝ ਜੀਵਾਂ ਵਿੱਚ ਇੱਦਾਂ ਦੀਆਂ ਗਤੀਆਂ ਵੀ ਹੁੰਦੀਆਂ ਨੇ, ਇੱਦਾਂ ਦੀਆਂ ਮੂਵਮੈਂਟਸ ਵੀ ਹੁੰਦੀਆਂ ਨੇ ਜੋ ਕਿ ਉਹਨਾਂ ਦੇ ਆਲੇ ਦੁਆਲੇ 'ਤੇ ਨਿਰਭਰ ਕਰਦੀਆਂ ਨੇ। ਫੋਰ ਐਗਜ਼ਾਮਪਲ ਬਿੱਲੀ ਆਪਣੇ ਭੋਜਨ ਲਈ ਅਗਰ ਜਦੋਂ ਚੂਹੇ ਦੇ ਪਿੱਛੇ ਦੌੜਦੀ ਹੈ ਜਾਂ ਅਸੀਂ ਕੋਈ ਗਰਮ ਚੀਜ਼ ਨੂੰ ਟੱਚ ਕਰਦੇ ਹਾਂ ਤਾਂ ਇੱਕਦਮ ਅਸੀਂ ਆਪਣੇ ਹੱਥ ਨੂੰ ਪਰਾਂ ਨੂੰ ਮੂਵ ਕਰ ਲੈਂਦੇ ਹਾਂ। ਤਾਂ ਇਟ ਮੀਨਸ ਇਹ ਸਭ ਕੁਝ ਸਾਡੀ ਸਰਾਊਂਡਿੰਗਸ 'ਤੇ ਡਿਪੈਂਡ ਕਰ ਰਿਹਾ। ਦੈਨ ਆਪਾਂ ਇਹ ਦੇਖਦੇ ਹਾਂ ਕਿ ਜੋ ਨਾੜੀ ਪ੍ਰਣਾਲੀ ਹੈ ਔਰ ਹਾਰਮੋਨ ਹੈ ਇਹ ਦੋਨੋਂ ਚੀਜ਼ਾਂ ਚਾਹੀਦੀਆਂ ਨੇ ਕਾਬੂ ਅਤੇ ਤਾਲਮੇਲ ਬਣਾ ਕੇ ਰੱਖਣ ਲਈ। ਕਲੀਅਰ ਬੇਟਾ ਜੀ? यानी कि नर्वस सिस्टम की इन्वॉल्वमेंट है प्लस कौन आ गए? हार्मोन्स। और अगर यही आप प्लांट्स की गल करिए तो प्लांट्स के अंदर जो है कोई नर्वस सिस्टम नहीं है, वो अंदर सिर्फ केड़ी चीज़ आ रही है बेटा? हार्मोन्स आ रहे हैं, यानी कि कुछ कैमिकल कंपाउंड्स की इन्वॉल्वमेंट है जो कि उन्होंने अंदर कंट्रोल एंड कोऑर्डिनेशन का रोल प्ले करते हैं। हाँ जी बेटा, तो हुण असीं पढ़दे हां कि जीवां विच नाड़ी प्रणाली है की, है ना ਬੱਚੇ? ਜਿਹੜੀ ਨਾੜੀ ਪ੍ਰਣਾਲੀ ਹੈ ਉਹਨੂੰ ਬਣਾਉਣ ਲਈ ਸਾਡੇ ਸਰੀਰ ਵਿੱਚ ਨਾ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਹੋਏ ਸੈੱਲਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਨਿਊਰੋਨ ਜਾਂ ਫਿਰ ਨਾੜੀ ਸੈੱਲ ਕਹਿੰਦੇ ਹਾਂ। ਕਲੀਅਰ ਬੱਚੇ? ਤਾਂ ਇਟ ਮੀਨਸ ਜਿਹੜੇ ਨਾੜੀ ਸੈੱਲ ਨੇ ਜਾਂ ਨਿਊਰੋਨਸ ਨੇ ਇਹ ਸਾਡੀ ਬਾਡੀ ਦੀ ਸਾਡੇ ਨਰਵਸ ਸਿਸਟਮ ਦੀ ਸਟਰਕਚਰਲ ਅਤੇ ਫੰਡਾਮੈਂਟਲ ਇੱਕ ਯੂਨਿਟ ਹੈ। ਕਲੀਅਰ? ਬਣਤਰ ਅਤੇ ਕੰਮ ਦੀ ਇਕਾਈ ਹੈ। ਜਿੱਦਾਂ ਸਾਡੀ ਬਾਡੀ ਲਈ ਸੈੱਲ ਹੈ ਉੱਦਾਂ ਹੀ ਸਾਡੇ ਨਰਵਸ ਸਿਸਟਮ ਲਈ ਨਾੜੀ ਸੈੱਲ ਜਾਂ ਨਿਊਰੋਨ ਹੈ। ਬੇਟਾ ਤੁਸੀਂ ਲੋਅਰ ਕਲਾਸਿਸ ਤੋਂ ਪੜ੍ਹਦੇ ਆ ਰਹੇ ਹੋ ਇਸ ਨਰਵ ਸੈੱਲ ਬਾਰੇ। ਕਲੀਅਰ? ਔਰ ਸਾਡੀ ਬਾਡੀ ਦੇ ਅੰਦਰ ਜਿੰਨੇ ਵੀ ਮੈਸੇजेस ਦਾ ਆਪਾਂ ਕਹਿੰਦੇ ਆ ਕਿ ਆਦਾਨ ਪ੍ਰਦਾਨ ਕਰਨਾ ਹੈ ਉਹ ਸਭ ਕਿਹਦੇ ਦੁਆਰਾ ਹੁੰਦਾ? ਨਰਵਸ ਦੁਆਰਾ। ਤਾਂ ਇੱਕ ਨਵੀਂ ਚੀਜ਼ ਆ ਗਈ, ਪਹਿਲੇ ਮੈਂ ਕਿਹਾ ਨਿਊਰੋਨਸ ਜੋ ਕਿ ਸੈੱਲ ਨੇ, ਹੁਣ ਮੈਂ ਕੀ ਕਿਹਾ? ਨਰਵਸ। ਇਹ ਜਿਹੜੀਆਂ ਨਰਵਸ ਨੇ ਕਿਹਦੇ ਤੋਂ ਬਣੀਆਂ ਨੇ? ਇਹ ਨਿਊਰੋਨਸ ਤੋਂ ਮਿਲ ਕੇ ਕੀ ਬਣੀਆਂ ਬੇਟਾ? ਨਰਵਸ ਬਣੀਆਂ ਜੋ ਕਿ ਸਾਡੀ ਬਾਡੀ ਦੇ ਅੰਦਰ ਜੋ ਵੀ ਮੈਸੇजेस ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭੇਜਣਾ ਹੈ ਉਹ ਕੰਮ ਕੌਣ ਪਰਫਾਰਮ ਕਰ ਰਿਹਾ ਬੇਟਾ? ਨਰਵਸ ਕਰ ਰਹੀਆਂ ਨੇ। ਤੁਹਾਡੀ ਸਕਰੀਨ ਦੇ ਸਾਹਮਣੇ ਦੇਖੋ ਨਰਵ ਸੈੱਲ ਦਾ ਇੱਕ ਸਟਰਕਚਰ ਹੈ ਜਿਹਦੇ ਨੂੰ ਅਸੀਂ ਪਾਰਟਸ ਨੂੰ ਸਟੱਡੀ ਕਰਾਂਗੇ। ਸਭ ਤੋਂ ਪਹਿਲੇ ਦੇਖੋ ਬੇਟਾ ਜੋ ਉੱਪਰ ਵਾਲਾ ਪਾਰਟ ਹੈ ਸਟਾਰ ਲਾਈਕ ਪਾਰਟ ਹੈ ਔਰੇਂਜ ਕਲਰ ਦਾ, ਉਹਨੂੰ ਕੀ ਨਾਮ ਦਿੱਤਾ ਜਾਂਦਾ ਬੇਟਾ? ਸੈੱਲ ਬਾਡੀ। ਕਲੀਅਰ? ਸੈੱਲ ਬਾਡੀ ਜਾਂ ਸਾਈਟੋਨ ਇਹ ਤਾਰੇ ਵਰਗੀ ਇੱਕ ਰਚਨਾ ਹੈ ਦੇਖੋ ਜਿਹਦੇ ਸੈਂਟਰ 'ਚ ਅਸੀਂ ਇੱਕ ਨਿਊਕਲੀਅਸ ਡਰਾ ਕੀਤਾ ਹੈ ਨਾ, ਔਰ ਉਹਦੇ ਸਾਈਡਸ ਤੋਂ ਦੇਖੋ ਧਾਗੇ ਵਰਗੀਆਂ ਰਚਨਾਵਾਂ ਨਿਕਲ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ ਬੇਟਾ? ਡੈਂਡਰਾਈਟਸ। ਯਾਦ ਰੱਖਣਾ ਡੈਂਡਰਾਈਟਸ ਦਾ ਫੰਕਸ਼ਨ ਕੀ ਹੁੰਦਾ ਹੈ? ਮੈਸੇਜ ਨੂੰ ਲੈਣਾ, ਯਾਨੀ ਕਿ ਕੋਈ ਵੀ ਸਟਿਮੂਲਸ ਆ ਰਿਹਾ ਇਹ ਉਹਨੂੰ ਸੈਂਸ ਕਰਦੇ ਨੇ, ਇਹਨਾਂ ਨੇ ਮੈਸੇਜ ਨੂੰ ਗ੍ਰਹਿਣ ਕਰਨਾ ਹੈ। ਕਲੀਅਰ? ਦੈਨ ਨੈਕਸਟ ਪਾਰਟ ਦੇਖੋ ਇੱਕ ਸਾਈਡ 'ਤੇ ਜਿਹੜੀ ਇੱਕ ਡੈਂਡਰਾਈਟ ਹੈ ਬਹੁਤ ਲੰਬੀ ਹੋ ਗਈ, ਬਾਕੀ ਤਾਂ ਸਾਰੀਆਂ ਡੈਂਡਰਾਈਟਸ ਛੋਟੀਆਂ ਸੀ ਧਾਗੇ ਵਰਗੀਆਂ ਹੈ ਨਾ, ਲੇਕਿਨ ਇੱਕ ਸਾਈਡ ਤੋਂ ਡੈਂਡਰਾਈਟ ਖੂਬ ਲੰਬੀ ਹੋ ਗਈ ਜਿਸ ਨੂੰ ਕੀ ਨਾਮ ਦਿੱਤਾ ਗਿਆ? ਐਗਜ਼ੋਨ। ਬੇਟਾ ਜਦੋਂ ਇੱਕ ਡੈਂਡਰਾਈਟ ਵਿਕਸਿਤ ਹੋ ਜਾਂਦੀ ਹੈ ਉਸ ਨੂੰ ਐਗਜ਼ੋਨ ਕਿਹਾ ਜਾਂਦਾ ਹੈ। ਔਰ ਦੇਖੋ ਐਗਜ਼ੋਨ ਦੇ ਵੀ ਐਂਡ 'ਤੇ ਧਾਗਿਆਂ ਵਰਗੀਆਂ ਰਚਨਾਵਾਂ ਨਿਕਲ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਐਗਜ਼ੋਨ ਐਂਡਿੰਗਸ ਜਾਂ ਨਾੜੀ ਦਾ ਅੰਤਿਮ ਸਿਰਾ ਕਹਿੰਦੇ ਹਾਂ। ਇਹਦਾ ਕੰਮ ਕੀ ਹੈ? ਜੋ ਡੈਂਡਰਾਈਟਸ ਨੇ ਮੈਸੇਜ ਲਿਆ ਨਾ ਉਸ ਮੈਸੇਜ ਨੂੰ ਅੱਗੇ ਭੇਜਣਾ, ਯਾਨੀ ਕਿ ਨੈਕਸਟ ਸੈੱਲ ਵਿੱਚ ਜਾਂ ਕੋਈ ਮਸਲਸ ਦੇ ਵਿੱਚ ਜਿੱਥੇ ਵੀ ਜੋ ਕੰਮ ਕਰਾਉਣਾ ਹੈ ਉਹ ਮੈਸੇਜ ਐਗਜ਼ੋਨ ਐਂਡਿੰਗ ਨੇ ਉਸ ਜਗ੍ਹਾ 'ਤੇ ਭੇਜ ਦੇਣਾ। ਕਲੀਅਰ? ਹੁਣ ਐਗਜ਼ੋਨ ਨੂੰ ਬਾਹਰੋਂ ਕਵਰ ਕਰਨ ਲਈ ਇੱਕ ਸ਼ੀਥ ਹੁੰਦੀ ਹੈ, ਇੱਕ ਕਵਰਿੰਗ, ਇੱਕ ਲੇਅਰ ਹੁੰਦੀ ਹੈ ਜਿਸ ਨੂੰ ਮਾਈਲਿਨ ਸ਼ੀਥ ਕਿਹਾ ਜਾਂਦਾ, ਜਿਸ ਦਾ ਕੰਮ ਇਹ ਹੁੰਦਾ ਕਿ ਸੂਚਨਾਵਾਂ ਸੈੱਲ ਤੋਂ ਬਾਹਰ ਨਾ ਜਾ ਸਕਣ। ਕੁਝ ਸੈੱਲਸ ਦੇ ਬਾਹਰ ਮਾਈਲਿਨ ਸ਼ੀਥ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਮੈਡੂਲੇਟਿਡ ਨਰਵ ਫਾਈਬਰਸ ਕਹਿੰਦੇ ਹਾਂ, ਔਰ ਕਈਆਂ ਦੇ ਅੰਦਰ ਆਪਾਂ ਦੇਖਦੇ ਹਾਂ ਇਹ ਮਾਈਲਿਨ ਸ਼ੀਥ ਨਹੀਂ ਹੁੰਦੀ ਜਿਨ੍ਹਾਂ ਨੂੰ ਅਸੀਂ ਨॉन ਮੈਡੂਲੇਟਿਡ ਕਹਿ ਦਿੰਦੇ ਹਾਂ। ਕਲੀਅਰ ਬੱਚੇ? ਦੈਨ ਫੋਰਥ ਪੁਆਇੰਟ ਇਜ਼ ਸਾਇਨੈਪਸ। ਸਾਇਨੈਪਸ ਯਾਨੀ ਕਿ ਇੱਕ ਉਹ ਪੁਆਇੰਟ ਜਿੱਥੇ ਆਪਾਂ ਕਹਿੰਦੇ ਹਾਂ ਦੋ ਨਿਊਰੋਨਸ ਦਾ ਮੇਲ ਹੋ ਰਿਹਾ, ਯਾਨੀ ਕਿ ਇੱਕ ਨਿਊਰੋਨ ਦੇ ਐਗਜ਼ੋਨ ਦੇ ਸਿਰੇ ਤੇ ਦੂਜਾ ਜਿਹੜਾ ਨਵਾਂ ਨਿਊਰੋਨ ਦੂਸਰਾ ਨਿਊਰੋਨ ਹੈ ਨੈਕਸਟ
ਉਸ ਨਿਊਰੋਨ ਦੇ ਡੈਂਡਰਾਈਟ ਦਾ ਆਪਸ ਵਿੱਚ ਸੰਪਰਕ ਹੁੰਦਾ ਹੋਵੇ, ਉਸ ਰੀਜਨ ਨੂੰ ਜਿੱਥੇ ਮੈਸੇਜ ਜਿਹੜਾ ਹੈ ਉਹ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਵਿੱਚ ਪਾਸ ਹੁੰਦਾ ਹੈ, ਉਸ ਜਗ੍ਹਾ ਨੂੰ ਅਸੀਂ ਸਾਇਨੈਪਸ ਕਹਿੰਦੇ ਹਾਂ। ਕਲੀਅਰ ਬੇਟਾ, ਬਹੁਤ ਇੰਪੋਰਟੈਂਟ ਪੁਆਇੰਟ ਹੈ ਸਾਇਨੈਪਸ। ਠੀਕ ਹੈ, ਇੱਕ ਤਰ੍ਹਾਂ ਦਾ ਇੱਕ ਜੰਕਸ਼ਨ ਹੋ ਗਿਆ, ਇੱਕ ਮੇਲ ਹੋ ਗਿਆ ਕਿ ਇੱਕ ਸੈੱਲ ਦੇ ਐਗਜ਼ੋਨ ਐਂਡਿੰਗ ਤੇ ਦੂਜੇ ਸੈੱਲ ਦੀਆਂ ਨਿਊਰੋਨਸ ਦਾ ਆਪਸ ਵਿੱਚ ਬੇਟਾ ਜੀ ਸੰਪਰਕ ਹੋਵੇ। ਕਲੀਅਰ ਬੇਟਾ, very important topic next, it is reflex actions यानी कि प्रतिवर्ती क्रियावां। बच्चे ਆਪਾਂ ਦੇਖਦੇ ਹਾਂ ਕਹਿੰਦੇ ਆਮ ਤੌਰ ਤੇ ਜਿਹੜਾ ਵੀ ਕੋਈ ਸਟਿਮੂਲਸ ਹੈ ਉਹਦੇ ਪ੍ਰਤੀ ਕਿਰਿਆ, ਕੋਈ ਵੀ ਸੰਵੇਦਨਾ ਦੇ ਪ੍ਰਤੀ ਕਿਰਿਆ ਸਾਡਾ ਦਿਮਾਗ ਕਰਦਾ ਹੈ ਨਾ। ਪਰ ਅਗਰ ਕੋਈ ਦੇਖਦੇ ਹਾਂ ਖਤਰੇ ਵਾਲੀ ਸਥਿਤੀ ਹੁੰਦੀ ਹੈ, ਕੋਈ ਡੇਂਜਰਸ ਕੰਡੀਸ਼ਨ ਹੁੰਦੀ ਹੈ ਜਿਹਦੇ ਲਈ ਆਪਾਂ ਕਹੀਏ ਕਿ ਅਗਰ ਆਪਾਂ ਫ੍ਰੈਕਸ਼ਨ ਆਫ ਸੈਕਿੰਡ ਵੀ ਜ਼ਿਆਦਾ ਟਾਈਮ ਲਗਾ ਦਈਏ ਤਾਂ ਉਹ ਸਾਡੇ ਲਈ ਡੇਂਜਰਸ ਹੋ ਸਕਦੀ ਹੈ। ਤਾਂ ਉਹਦੇ ਲਈ ਸਾਡਾ ਦਿਮਾਗ ਉਸ ਸਟਿਮੂਲਸ ਪ੍ਰਤੀ ਕਿਰਿਆ ਨਾ ਕਰਕੇ ਬਲਕਿ ਉਹਦੇ ਪ੍ਰਤੀ ਰਿਐਕਸ਼ਨ ਕੌਣ ਦੇ ਰਿਹਾ, ਸਾਡੀ ਸਪਾਈਨਲ ਕੋਰਡ ਯਾਨੀ ਕਿ ਸੁਖਮਨਾ ਨਾੜੀ। ਇਸ ਨੂੰ ਅਸੀਂ ਕੀ ਕਹਿੰਦੇ ਹਾਂ ਬੇਟਾ, ਰਿਫਲੈਕਸ ਐਕਸ਼ਨਸ ਕਹਿੰਦੇ ਹਾਂ। ਔਰ ਐਕਸ਼ਨਸ ਇਨਵੋਲੰਟਰੀ ਹੁੰਦੇ। ਇਨਵੋਲੰਟਰੀ ਮਤਲਬ ਆਪਣੇ ਆਪ, ਸਾਡੀ ਵਿਸ਼ ਤੋਂ ਪੁੱਛੇ ਬਿਨਾਂ ਹੀ, ਸਾਡੀ ਇੱਛਾ ਦੇ ਬਗੈਰ ਹੀ ਇਹ ਕੰਮ ਨੇ ਆਪਣੇ ਆਪ ਹੋ ਜਾਣਾ। ਫੋਰ ਐਗਜ਼ਾਮਪਲ ਤੁਸੀਂ ਇੱਦਾਂ ਦੀਆਂ ਕੰਡੀਸ਼ਨਸ ਦੇਖੀਆਂ ਹੋਣਗੀਆਂ ਕਿ ਜਦੋਂ ਅਸੀਂ ਕੋਈ ਵੀ ਗਰਮ ਵਸਤੂ ਨੂੰ ਟੱਚ ਕਰਦੇ ਹਾਂ ਤਾਂ ਅਸੀਂ ਇੱਕਦਮ ਉਸੇ ਵੇਲੇ ਹੀ ਆਪਣੇ ਹੱਥ ਨੂੰ ਪਿੱਛੇ ਵੱਲ ਕਰ ਲੈਂਦੇ ਹਾਂ। ਅਸੀਂ ਸੋਚਦੇ ਨਹੀਂ, ਪਹਿਲੇ ਸਾਡੇ ਇਹ ਨਹੀਂ ਕਿ ਦਿਮਾਗ 'ਚ ਮੈਸੇਜ ਜਾ ਰਿਹਾ ਹੈ ਕਿ ਬਈ ਹੱਥ ਗਰਮ ਹੈ, ਸਾਨੂੰ ਸਮਝ। ਜਿੰਨੀ ਦੇਰ ਨੂੰ ਸਾਡੇ ਦਿਮਾਗ ਨੂੰ ਮੈਸੇਜ ਪਹੁੰਚਣਾ, ਸਾਨੂੰ ਸਮਝ ਆਏਗੀ। ਬੇਸ਼ੱਕ ਇਹ ਕੰਮ ਵੀ ਬਹੁਤ ਤੇਜ਼ ਹੈ ਬਟ ਸਟਿਲ ਉਦੋਂ ਤੱਕ ਸਾਡਾ ਹੱਥ ਸੜ ਚੁੱਕਾ ਹੋਏਗਾ। ਤਾਂ ਇਸ ਕੰਮ ਨੂੰ ਹੋਰ ਜ਼ਿਆਦਾ ਤੇਜ਼ ਕਰਨ ਲਈ ਕਿ ਟੱਚ ਕਰਦੇ ਹੀ ਪਿੱਛੇ ਕਰਨ ਲਈ ਕਿ ਸਾਨੂੰ ਨੁਕਸਾਨ ਨਾ ਪਹੁੰਚੇ, ਹਲਕਾ ਫੁਲਕਾ ਆਪਾਂ ਦੇਖਦੇ ਹਾਂ ਕੁਝ ਰੈਡਨੈਸ ਜੀ ਆ ਜਾਂਦੀ, ਪਰ ਆਪਾਂ ਇਹ ਤਾਂ ਨਹੀਂ ਦੇਖਦੇ ਹੱਥ ਹੀ ਸੜ ਗਿਆ। ਤਾਂ ਇਹਦੇ ਲਈ ਕੌਣ ਰਿਸਪੌਂਸੀਬਲ ਹੈ, ਰਿਫਲੈਕਸ ਐਕਸ਼ਨ। ਤੁਸੀਂ ਦੇਖ ਰਹੇ ਹੋ ਸਾਹਮਣੇ ਪਿਕਚਰ 'ਚ ਕਲੀਅਰ ਹੋ ਰਿਹਾ, ਕੋਈ ਹੌਟ ਪਲੇਟ ਹੈ ਯਾਨੀ ਕਿ ਸਟਿਮੂਲਸ ਹੋ ਗਈ। ਤੁਹਾਡੀ ਜਿਹੜੀ ਚਮੜੀ ਹੈ, ਸਕਿਨ ਹੈ, ਉਹ ਕੀ ਹੋ ਗਈ ਬੇਟਾ, ਗ੍ਰਾਹੀ। ਗ੍ਰਾਹੀ ਯਾਨੀ ਕਿ ਸੈਂਸ ਕਰ ਰਹੀ ਹੈ। ਇਹਦੇ ਅੰਦਰ ਸੈਂਸਰੀ ਨਿਊਰੋਨਸ ਹੋਣਗੇ ਜਿਹੜੇ ਕਿ ਮੈਸੇਜ ਅੱਗੇ ਲੈ ਕੇ ਜਾ ਰਹੇ ਨੇ। ਤਾਂ ਦੇਖੋ ਜਦੋਂ ਮੈਸੇਜ ਆਪਾਂ ਪੜ੍ਹ ਰਹੇ ਹਾਂ ਕਿ ਗ੍ਰਹੀ ਤੋਂ ਇਹ ਸੰਵੇਦਨੀ ਨਿਊਰੋਨ ਦਿਖਾਇਆ ਗਿਆ, ਸੈਂਸਰੀ ਨਿਊਰੋਨਸ ਨੇ ਅੱਗੇ ਭੇਜਿਆ। ਕਿਹਨੂੰ ਮੈਸੇਜ ਭੇਜਦਾ, ਸਪਾਈਨਲ ਕੋਰਡ ਨੂੰ, ਸੁਖਮਨਾ ਨਾੜੀ ਜਿਹਨੂੰ ਮੈਂਸ਼ਨ ਕੀਤਾ ਹੋਇਆ ਹੈ ਨਾ। ਹੁਣ ਸੁਖਮਨਾ ਨਾੜੀ ਨੇ ਅੱਗੇ ਮੈਸੇਜ ਟ੍ਰਾਂਸਫਰ ਕਰਨਾ, ਅੱਗੇ ਮੈਸੇਜ ਕਿਹਨੂੰ ਦੇਣਾ, ਮੋਟਰ ਨਿਊਰੋਨ ਨੂੰ। ਮੋਟਰ ਯਾਨੀ ਕਿ ਕਾਰਜ, ਕੋਈ ਕੰਮ ਕਰਨ ਵਾਲੇ ਨਿਊਰੋਨ ਨੂੰ ਦੇਣਾ। ਯਾਨੀ ਕਿ ਸੈਂਸਰੀ ਤੋਂ ਮੋਟਰ ਨਿਊਰੋਨ ਨੂੰ ਮੈਸੇਜ ਕਿਹਦੇ ਦੁਆਰਾ ਜਾ ਰਿਹਾ, ਰਿਲੇ ਨਿਊਰੋਨ ਦੁਆਰਾ। ਰਿਲੇ ਨੂੰ ਦੇਖੋ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਪ੍ਰਸਾਰਨ ਨਿਊਰੋਨ, ਹੈ ਨਾ। ਤੋ ਪ੍ਰਸਾਰਨ ਨਿਊਰੋਨ ਦੁਆਰਾ ਇਹ ਮੈਸੇਜ ਅੱਗੇ ਪ੍ਰੇਰਕ ਨਿਊਰੋਨ ਨੂੰ, ਜਿਹਨੇ ਕੰਮ ਕਰਨਾ ਉਹਨੂੰ ਪਹੁੰਚ ਗਿਆ। ਤਾਂ ਪ੍ਰੇਰਕ ਨਿਊਰੋਨ ਨੇ, ਮੋਟਰ ਨਿਊਰੋਨ ਨੇ ਮੈਸੇਜ ਕਿਹਨੂੰ ਦਿੱਤਾ, ਮੇਰੇ ਬਾਂਹ ਦੀ ਮਸਲਸ ਨੂੰ। ਯਾਨੀ ਕਿ ਮਸਲਸ ਦਾ ਕੰਮ ਕੀ ਹੋ ਗਿਆ, ਕੰਮ ਕਰਨਾ ਹੈ ਨਾ। ਬਾਂਹ ਦੀਆਂ ਪੇਸ਼ੀਆਂ ਨੇ, ਉਹ ਮਸਲਸ ਨੇ ਇੱਕਦਮ ਹੱਥ ਨੂੰ ਕੀ ਕਰ ਲਿਆ ਬੇਟਾ ਜੀ, ਪਿੱਛੇ ਕਰ ਲਿਆ। ਤਾਂ ਇਟ ਮੀਨਸ ਇਹ ਪੂਰਾ ਦਾ ਪੂਰਾ ਜਿਹੜਾ ਪਾਥ ਸੀਗਾ, ਜਿਹੜਾ ਮੈਂ ਤੁਹਾਨੂੰ ਪਾਥ ਸਮਝਾਇਆ, ਉਸ ਪਾਥ ਲਈ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਜਿਹਨੂੰ ਅਸੀਂ ਕੀ ਕਹਿੰਦੇ ਹਾਂ, ਰਿਫਲੈਕਸ ਆਰਕ, ਪ੍ਰਤੀਵਰਤੀ ਚਾਪ। ਕਲੀਅਰ ਬੇਟਾ, ਇਹ ਰਿਫਲੈਕਸ ਆਰਕ ਹੋ ਗਿਆ ਪਾਥ ਜਿਹੜਾ ਘੁੰਮ ਕੇ ਕੀ ਕਰ ਰਿਹਾ, ਪੂਰਾ ਰਿਫਲੈਕਸ ਐਕਸ਼ਨ ਪਰਫॉर्म ਕਰ ਰਿਹਾ। ਕਲੀਅਰ, ਤਾਂ ਇਟ ਮੀਨਸ ਕੋਈ ਵੀ ਖਤਰੇ ਵਾਲੀ ਕੰਡੀਸ਼ਨ ਹੈ ਉਦੋਂ ਸਾਡੇ ਲਈ ਕੌਣ ਕੰਮ ਕਰ ਰਿਹਾ, ਸਪਾਈਨਲ ਕੋਰਡ ਕੰਮ ਕਰ ਰਹੀ ਹੈ। ਬੇਟਾ ਰਿਫਲੈਕਸ ਐਕਸ਼ਨ ਅਸੀਂ ਦੋ ਤਰ੍ਹਾਂ ਦੇ ਪੜ੍ਹਦੇ ਹਾਂ, ਸਪਾਈਨਲ ਰਿਫਲੈਕਸ ਐਕਸ਼ਨ ਯਾਨੀ ਕਿ ਜੋ ਸੁਖਮਨਾ ਨਾੜੀ ਕਰ ਰਹੀ ਹੈ। ਕੁਝ ਬਹੁਤ ਥੋੜੇ ਰਿਫਲੈਕਸ ਐਕਸ਼ਨਸ ਇੱਦਾਂ ਦੇ ਹੁੰਦੇ ਆ ਜਿਹੜੇ ਸਾਡੇ ਦਿਮਾਗ ਵੀ ਕਰਦਾ। ਫੋਰ ਐਗਜ਼ਾਮਪਲ ਅਸੀਂ ਤੇਜ਼ ਰੋਸ਼ਨੀ ਕਿਸੇ ਦੀ ਅੱਖਾਂ 'ਚ ਪਾਉਂਦੇ ਹਾਂ ਅਤੇ ਉਹ ਇੱਕਦਮ ਆਪਣੀ ਅੱਖਾਂ ਨੂੰ ਝਪਕਾ ਲੈਂਦੇ ਹੈ ਨਾ। ਇਹ ਕੰਮ ਜਿਹੜਾ ਹੈ ਵੀ ਇੱਕ ਰਿਫਲੈਕਸ ਐਕਸ਼ਨ ਦੀ ਕੈਟੇਗਰੀ 'ਚ ਹੀ ਆਉਂਦਾ ਹੈ। ਪਰ ਇਹ ਵਾਲਾ ਐਕਸ਼ਨ ਕਿੰਨੇ ਕੀਤਾ ਬੇਟਾ, ਸਾਡੇ ਦਿਮਾਗ ਨੇ ਕੀਤਾ। ਇਸ ਕਰਕੇ ਇਸ ਐਕਸ਼ਨ ਨੂੰ ਆਪਾਂ ਕੀ ਕਹਿ ਦਾਂਗੇ, ਸੈਰੀਬਰਲ ਰਿਫਲੈਕਸ ਐਕਸ਼ਨ। ਕਿਉਂਕਿ ਸੈਰੀਬਰਲ ਵਰਡ ਅਸੀਂ ਕਿਹਦੇ ਲਈ ਯੂਜ਼ ਕਰਦੇ ਹਾਂ ਬੇਟਾ, ਮਾइंड ਲਈ। ਕਲੀਅਰ ਬੱਚੇ, ਦੋ ਪੁਆਇੰਟਸ ਕਲੀਅਰ ਹੋ ਗਏ। ਰਿਫਲੈਕਸ ਐਕਸ਼ਨ, ਠੀਕ ਹੈ, ਜੋ ਕਿ ਇੱਕ ਕਿਰਿਆ ਹੈ, ਔਰ ਇੱਕ ਹੋ ਗਿਆ ਰਿਫਲੈਕਸ ਆਰਕ ਜੋ ਕਿ ਇਸ ਦਾ ਪਾਥ ਹੈ। ਨੈਕਸਟ ਪੁਆਇੰਟ ਇਜ਼ ਬੇਟਾ ਮਨੁੱਖੀ ਦਿਮਾਗ, ਹਿਊਮਨ ਬ੍ਰੇਨ, ਹੈ ਨਾ। ਤੁਹਾਨੂੰ ਪਤਾ ਸਾਡੇ ਹਿਊਮਨ ਬ੍ਰੇਨ ਨੂੰ ਪ੍ਰੋਟੈਕਟ ਕਰਨ ਲਈ ਹੱਡੀਆਂ ਦਾ ਢਾਂਚਾ ਹੈ ਜਿਸ ਨੂੰ ਸਕਲ ਕਿਹਾ ਜਾਂਦਾ ਹੈ ਨਾ। ਉਸ ਤੋਂ ਬਾਅਦ ਉਹਦੇ ਅੰਦਰ ਆਪਾਂ ਕਹਿੰਦੇ ਹਾਂ ਦਿਮਾਗ ਨੂੰ 3 ਮੈਂਬਰੇਨਸ ਨੇ, 3 ਲੇਅਰਸ ਨੇ ਵੀ ਢੱਕਿਆ ਹੋਇਆ। ਕਲੀਅਰ, ਹੁਣ ਇਸ ਤੋਂ ਇਲਾਵਾ ਵੀ ਦਿਮਾਗ ਦੀ ਸੁਰੱਖਿਆ ਲਈ ਜਿਹੜਾ ਪੂਰਾ ਢਾਂਚਾ ਹੈ ਜਾਂ ਮੈਂਬਰੇਨਸ ਦੇ ਇਨ ਬਿਟਵੀਨ ਇੱਕ ਫਲੂਇਡ ਹੁੰਦਾ ਜਿਹਨੂੰ ਅਸੀਂ ਸੈਰੀਬਰੋ ਸਪਾਈਨਲ ਫਲੂਇਡ ਕਹਿੰਦੇ ਹਾਂ, ਜੋ ਕਿ ਸਾਡੇ ਬ੍ਰੇਨ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦਾ। ਕਲੀਅਰ ਬੇਟਾ, ਠੀਕ ਹੈ। ਹੁਣ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਮਨੁੱਖੀ ਨਾੜੀ ਪ੍ਰਣਾਲੀ ਹੈ, ਨਰਵਸ ਸਿਸਟਮ ਹੈ, ਉਹਦਾ ਇੱਕ ਸੈਂਟਰਲ ਪੁਆਇੰਟ ਕੌਣ ਹੈ, ਸਾਡਾ ਦਿਮਾਗ ਹੈ।
ठीक है। जिन्ने भी साडे सेंसरी ऑर्गनस ने, संवेदनी अंग ने, उन्हां द्वारा ग्रहण कीतियां सारियां सूचनावां सब तो पहले दिमाग ਵਿੱਚ ਹੀ ਆਉਂਦੀਆਂ ਨੇ। ਤੁਹਾਨੂੰ ਪਤਾ ਹੈ ਸਾਡੇ ਸੈਂਸ ਆਰਗਨਸ ਅੱਖ, ਨੱਕ, ਕੰਨ, ਟੰਗ, ਸਕਿਨ, ਹੈ ਨਾ, ਇਹ ਸਾਰੇ ਜਿੰਨੇ ਵੀ ਇਹ ਸੈਂਸ ਕਰਦੇ ਨੇ ਸਭ ਕੁਝ ਮੈਸੇਜ ਕਿੱਥੇ ਪਹੁੰਚ ਰਿਹਾ? ਬ੍ਰੇਨ 'ਚ ਪਹੁੰਚ ਰਿਹਾ। तो इट मीनस शरीर के आकार की गल करिए, ਉਹਦੇ ਨਾਲ ਭਾਰ ਦੀ ਤੁਲਨਾ ਕਿ ਕਿੰਨਾ ਆਕਾਰ ਹੈ, ਉਸ ਅਕੋਰਡਿੰਗ ਉਹਦਾ ਭਾਰ ਹੈ। ਇਹਦੇ 'ਚ ਆਪਾਂ ਕੀ ਦੇਖ ਰਹੇ ਹਾਂ? ਵਿੱਚ ਮਨੁੱਖੀ ਜਿਹੜਾ ਦਿਮਾਗ ਹੈ ਉਹ ਸਾਰੇ ਜੀਵਾਂ ਨਾਲੋਂ ਵੱਡਾ ਹੈ। ਠੀਕ ਹੈ। ਅਗਰ ਵੇਟ ਦੀ ਗੱਲ ਕਰੀਏ ਤਾਂ ਮਨੁੱਖ ਦਾ ਬ੍ਰੇਨ ਜਿਹੜਾ ਹੈ ਉਹ ਸਭ ਨਾਲੋਂ ਵੱਡਾ ਹੈ। ਵੈਲ ਡਿਵੈਲਪਡ ਬ੍ਰੇਨ ਕੀ ਹੈ? ਹਿਊਮਨ ਬ੍ਰੇਨ ਹੈ। ਔਰ ਮਨੁੱਖੀ ਦਿਮਾਗ ਦੇ ਬੇਟਾ ਮੁੱਖ 3 ਭਾਗ ਨੇ ਜਿਹੜੇ ਕਿ ਅਸੀਂ ਪੜਾਂਗੇ। ਸਭ ਤੋਂ ਪਹਿਲੇ ਅਗਲਾ ਦਿਮਾਗ, ਠੀਕ ਹੈ, ਫੋਰ ਬ੍ਰੇਨ ਜਿਹਨੂੰ ਕਿਹਾ ਜਾਂਦਾ ਹੈ, ਵਿਚਕਾਰਲਾ ਦਿਮਾਗ ਜਿਹਨੂੰ ਮਿਡ ਬ੍ਰੇਨ ਕਿਹਾ ਜਾਂਦਾ ਹੈ, ਤੇ ਪਿਛਲਾ ਦਿਮਾਗ ਜਿਹਨੂੰ ਕਿ ਹਾਈਂਡ ਬ੍ਰੇਨ ਕਿਹਾ ਜਾਂਦਾ ਹੈ। ਦੇਖਿਏ ਤੁਹਾਡੇ ਸਾਹਮਣੇ ਪਿਕਚਰ ਕਲੀਅਰ ਹੈ ਜਿਹਦੇ ਵਿੱਚ ਅਗਲਾ ਦਿਮਾਗ ਵੀ ਲੇਬਲ ਕੀਤਾ ਗਿਆ, ਜਿਹਦੇ ਅਸੀਂ ਪਾਰਟਸ ਪੜਾਂਗੇ ਬੇਟਾ। ਸੈਰੀਬ੍ਰਮ ਪੜਾਂਗੇ ਇਹਦੇ ਅੰਦਰ ਅਸੀਂ, ਵੈਰੀ ਇੰਪੋਰਟੈਂਟ। ਠੀਕ ਹੈ। ਡਾਇਨਸੈਫਲੌਨ ਬਾਰੇ ਪੜਾਂਗੇ ਜਿਹਦੇ 'ਚ ਹਾਈਪੋਥੈਲੇਮਸ ਪਾਰਟ ਆ ਰਿਹਾ। ਦੈਨ ਮਿਡ ਬ੍ਰੇਨ, ਮੱਧ ਦਿਮਾਗ ਤੁਹਾਨੂੰ ਕਲੀਅਰ ਦਿਖ ਰਿਹਾ ਜੋ ਕਿ ਵਾਈਟ ਕਲਰ ਦੇ ਪੋਰਸ਼ਨ ਨੂੰ ਲੇਬਲ ਕੀਤਾ ਗਿਆ। ਔਰ ਦੈਨ ਹਾਈਂਡ ਬ੍ਰੇਨ ਯਾਨੀ ਕਿ ਪਿਛਲਾ ਦਿਮਾਗ ਪੜਾਂਗੇ ਜਿਸ 'ਚ ਅਸੀਂ ਪੌਂਸ, ਮੈਡੂਲਾ, ਕਲੀਅਰ, ਇਹਨਾਂ ਚੀਜ਼ਾਂ ਤੇ ਸੈਰੀਬੈਲਮ ਬਾਰੇ ਪੜਾਂਗੇ। ਕਲੀਅਰ ਬੇਟਾ? तो चलो ਅਸੀਂ ਹੁਣ ਦਿਮਾਗ ਦੇ ਸਟਰਕਚਰ ਨੂੰ ਪੜ੍ਹਦੇ ਹਾਂ ਚੰਗੀ ਤਰ੍ਹਾਂ। ਸਭ ਤੋਂ ਪਹਿਲੇ ਆਂਦਾ ਬੇਟਾ ਅਗਲਾ ਦਿਮਾਗ ਯਾਨੀ ਕਿ ਫੋਰ ਬ੍ਰੇਨ, ਹੈ ਨਾ। ਦੇਖੋ ਇਹ ਬਣਿਆ ਹੁੰਦਾ ਹੈ ਸੈਰੀਬ੍ਰਮ ਦਾ, ਜੋ ਕਿ 2 ਬਰਾਬਰ ਅਰਧ ਗੋਲੇ ਹੁੰਦੇ ਆ। ਠੀਕ ਹੈ। ਉਹਨਾਂ ਬਰਾਬਰ ਅਰਧ ਗੋਲੇ ਨੂੰ ਅਸੀਂ ਸੈਰੀਬਰਲ ਹੈਮੀਸਫੇਅਰਸ ਕਹਿ ਦਿੰਦੇ ਹਾਂ। ਅਰਧ ਗੋਲੇ ਨੂੰ ਤੁਸੀਂ ਹੈਮੀਸਫੇਅਰ ਕਹਿੰਦੇ ਹੋ ਨਾ, तो दिमाग ਦਾ ਇਸ ਕਰਕੇ ਕਿਹਾ ਗਿਆ ਸੈਰੀਬਰਲ ਹੈਮੀਸਫੇਅਰਸ, ਹੈ ਨਾ। ਕੰਪਲੀਟ ਸਟਰਕਚਰ ਨੂੰ ਕਹਿ ਦਿੱਤਾ ਗਿਆ ਸੈਰੀਬਰਮ। ਤੁਸੀਂ ਦੇਖਿਆ ਹੋਣਾ ਜੋ ਕਿ ਕਰੋੜ ਦੀ ਤਰ੍ਹਾਂ ਪਾਰਟ ਹੈ ਨਾ, ਉਸ ਨੂੰ ਅਸੀਂ ਕੀ ਕਹਿ ਰਹੇ ਹਾਂ? ਸੈਰੀਬਰਲ ਹੈਮੀਸਫੇਅਰਸ। ਇਸ ਤੋਂ ਇਲਾਵਾ ਜਿਹੜਾ ਅਗਲਾ ਦਿਮਾਗ ਹੈ ਉਹਦੇ ਵਿੱਚ ਅਸੀਂ ਪੜ੍ਹਦੇ ਹਾਂ ਜੀ ਬੇਟਾ ਡਾਇਨਸੈਫਲੌਨ ਬਾਰੇ ਤੇ olfactory ਲੋਬਸ ਬਾਰੇ। ਇਹਨਾਂ ਦਾ ਹੁਣ ਕੰਮ ਕੀ ਹੈ ਜੀ ਅਗਲੇ ਦਿਮਾਗ ਦਾ? ਜਿੰਨੀਆਂ ਵੀ ਸਾਡੀਆਂ ਇੱਛਿਤ ਕਿਰਿਆਵਾਂ ਨੇ ਯਾਨੀ ਕਿ ਜਿੰਨੇ ਵੀ ਵੋਲੰਟਰੀ ਐਕਸ਼ਨਸ ਨੇ ਉਹਨਾਂ ਨੂੰ ਕੰਟਰੋਲ ਕਰਨਾ। ਠੀਕ ਹੈ। ਸੰਵੇਦਨੀ ਅੰਗਾਂ ਤੋਂ ਸੂਚਨਾਵਾਂ ਗ੍ਰਹਿਣ ਕਰਨਾ ਯਾਨੀ ਕਿ ਜਿੰਨੇ ਸੈਂਸਰੀ ਆਰਗਨਸ ਨੇ ਉਹਨਾਂ ਤੋਂ ਮੈਸੇजेस ਨੂੰ ਲੈਣਾ। ਦੈਨ ਸੋਚਣ ਤੇ ਯਾਦ ਰੱਖਣ ਦੀ ਸਮਰੱਥਾ ਯਾਨੀ ਕਿ ਜਿਹੜੀ ਜਿੰਨੀ ਵੀ ਇੰਟੈਲੀਜੈਂਸ ਹੈ ਸਾਡੀ ਉਹ ਸਾਰੇ ਲਈ ਕੌਣ ਰਿਸਪੌਂਸੀਬਲ ਹੈ? ਸਾਡਾ ਸੈਰੀਬ੍ਰਮ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਲੈਫਟ ਵਾਲਾ ਸੈਰੀਬਰਲ ਹੈਮੀਸਫੇਅਰ ਹੈ ਉਹ ਰਾਈਟ ਬਾਡੀ ਪਾਰਟ ਨੂੰ ਕੰਟਰੋਲ ਕਰਦਾ ਹੈ, ਔਰ ਜਿਹੜਾ ਰਾਈਟ ਸੈਰੀਬਰਲ ਹੈਮੀਸਫੇਅਰ ਹੈ ਬੇਟਾ ਉਹ ਲੈਫਟ ਬਾਡੀ ਪਾਰਟਸ ਨੂੰ ਕੰਟਰੋਲ ਕਰਦਾ ਹੈ। ਕਲੀਅਰ ਬੇਟੇ? ਇਹ ਕਿਹਦਾ ਕੰਮ ਆ ਗਿਆ? ਸਾਡੇ ਅਗਲੇ ਦਿਮਾਗ ਦਾ। ਨੰਬਰ 2 ਆਉਂਦਾ ਬੇਟਾ ਵਿਚਕਾਰਲਾ ਦਿਮਾਗ ਯਾਨੀ ਕਿ ਮਿਡ ਬ੍ਰੇਨ। ਠੀਕ ਹੈ। ਕਹਿੰਦੇ ਇੱਕ ਛੋਟਾ ਜਿਹਾ ਨਲੀਨੁਮਾ ਹਿੱਸਾ ਹੈ ਜੋ ਕਿ ਦਿਮਾਗ ਦੇ ਵਿਚਕਾਰ ਸਥਿਤ ਹੁੰਦਾ ਹੈ ਨਾ। ਇਹਦਾ ਮੇਨ ਕੰਮ ਕੀ ਆ ਗਿਆ? ਅੱਖਾਂ, ਕੰਨ ਹੋ ਗਏ, ਨੀਂਦ ਅਤੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਦੇ ਕੰਮਾਂ ਨਾਲ ਜੁੜਿਆ ਹੁੰਦਾ ਹੈ। ਕਲੀਅਰ ਬੱਚੇ? 3rd ਨੰਬਰ ਤੇ ਆਉਂਦਾ ਸਾਡੇ ਕੋਲੋਂ ਪਿਛਲਾ ਦਿਮਾਗ ਯਾਨੀ ਕਿ ਹਾਈਂਡ ਬ੍ਰੇਨ। ਇਹਦੇ ਵੀ 3 ਮੇਨ ਪਾਰਟਸ ਨੇ। ਅਸੀਂ ਪੜ੍ਹਿਆ ਸੀ ਸੈਰੀਬੈਲਮ, ਪੌਂਸ, ਠੀਕ ਹੈ, ਐਂਡ ਮੈਡੂਲਾ ਅਬਲੋਂਗੇਟਾ। ਹੁਣ ਇਹਦੇ ਮੇਨ ਕੰਮ ਕੀ ਹੈ ਬੇਟਾ? ਜਿਹੜਾ ਸੈਰੀਬੈਲਮ ਹੈ ਉਹ ਸਾਡੇ ਪੇਸ਼ੀਆਂ ਨੂੰ ਅਤੇ ਸਰੀਰ ਨੂੰ ਦੇ ਸੰਤੁਲਨ ਨੂੰ ਕੰਟਰੋਲ ਕਰਦਾ ਯਾਨੀ ਕਿ ਇੱਕ ਬੈਲੈਂਸ ਬਣਾਉਣ 'ਚ ਹੈਲਪ ਕਰਦਾ। ਆਪਾਂ ਦੇਖਦੇ ਹਾਂ ਕਿ ਅਗਰ ਕੋਈ ਜਿਹੜਾ ਅਸੀਂ ਕਹਿੰਦੇ ਯਾਰ ਇਹ ਸਹੀ ਤਰ੍ਹਾਂ ਤੁਰ ਨਹੀਂ ਪਾ ਰਿਹਾ, ਇਹ ਡਿੱਗ ਰਿਹਾ ਆਪਣੇ, ਇੱਕ ਦਿਨ ਇਹਦਾ ਐਕਸੀਡੈਂਟ ਹੋਇਆ, ਉਸ ਤੋਂ ਬਾਅਦ ਆਪਾਂ ਦੇਖਿਆ ਕਿ ਇਹ ਸਹੀ ਤਰ੍ਹਾਂ ਚੱਲ ਨਹੀਂ ਪਾਉਂਦਾ, ਆਪਣੀ ਬੋਡੀ ਨੂੰ ਜਾਂ ਲਿਖ ਨਹੀਂ ਪਾ ਰਿਹਾ, ਕੋਈ ਜੰਪਿੰਗ ਨਹੀਂ ਕਰ ਪਾ ਰਿਹਾ। ਇਹ ਸਭ ਚੀਜ਼ਾਂ ਲਈ ਕਾਹਦੀ ਜ਼ਰੂਰਤ ਹੈ? ਬੈਲੈਂਸਿੰਗ ਦੀ ਜ਼ਰੂਰਤ ਹੈ। ਤਾਂ ਅਗਰ ਇਹਦੀ ਬੈਲੈਂਸਿੰਗ ਜਿਹੜੀ ਹੈ ਉਹ ਖਰਾਬ ਹੋਈ ਹੈ ਤਾਂ ਇਟ ਮੀਨਸ ਇਹਦਾ ਕਿਹੜਾ ਪਾਰਟ ਅਫੈਕਟਡ ਹੈ ਬ੍ਰੇਨ ਦਾ? ਸੈਰੀਬੈਲਮ, ਕਿਉਂਕਿ ਇਹਨੇ ਸੰਤੁਲਨ ਨੂੰ ਕੰਟਰੋਲ ਕਰਨਾ। ਦੈਨ ਨੈਕਸਟ ਪੌਂਸ ਦਾ ਕੰਮ ਜੋ ਹੈ, ਪੌਂਸ ਵੈਰੋਲਾਈ, ਇਹਦਾ ਕੰਮ ਹੈ ਸੈਰੀਬ੍ਰਮ ਦੇ ਜਿਹੜੇ ਦੋਨੋਂ ਅਰਧ ਗੋਲੇ ਸੀ ਉਹਨਾਂ ਨੂੰ ਆਪਸ 'ਚ ਜੋੜਨਾ। ਕਲੀਅਰ? ਔਰ ਜਿਹੜਾ ਮੈਡੂਲਾ ਹੈ, ਮੈਡੂਲਾ ਅਬਲੋਂਗੇਟਾ, ਇਹ ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਕਿਰਿਆ ਨੂੰ, ਠੀਕ ਹੈ ਬੇਟਾ, ਇਹ ਹਾਰਟ ਦੇ ਨੂੰ ਕੰਟਰੋਲ ਕਰ ਰਿਹਾ। ਪਲੱਸ ਜਿੰਨੇ ਵੀ ਸਾਡੇ ਰੈਸਪੀਰੇਟਰੀ ਰਿਫਲੈਕਸਿਸ ਨੇ ਜਾਂ ਸਾਹ ਲੈਣ ਦੀ ਕਿਰਿਆ ਹੈ ਉਸ ਨੂੰ ਕੀ ਕਰਦਾ ਬੇਟਾ ਜੀ? ਕੰਟਰੋਲ ਕਰਦਾ। ਕਲੀਅਰ? ਤਾਂ ਇਟ ਮੀਨ ਸਾਡਾ ਜਿਹੜਾ ਬ੍ਰੇਨ ਹੈ ਸਾਰੀ ਦੀ ਸਾਰੀ ਬੋਡੀ ਨੂੰ ਕੰਟਰੋਲ ਕਰ ਰਿਹਾ। ਜਿਸ ਤਰ੍ਹਾਂ ਕੰਪਿਊਟਰ ਨੂੰ ਕੰਟਰੋਲ ਕਰਨ ਲਈ ਆਪਾਂ ਕਹਿੰਦੇ ਹਾਂ CPU ਹੈ, ਉੱਦਾਂ ਹੀ ਬੋਡੀ ਨੂੰ ਕੰਟਰੋਲ ਕਰਨ ਲਈ ਕੌਣ ਆ ਗਿਆ ਬੇਟਾ? ਬ੍ਰੇਨ ਆ ਗਿਆ। ਕਲੀਅਰ? ਹੁਣ ਤੱਕ ਤਾਂ ਅਸੀਂ ਪੜ੍ਹਿਆ ਹਿਊਮਨਸ ਬਾਰੇ, ਹੈ ਨਾ। ਹੁਣ ਨੈਕਸਟ ਗੱਲ ਅਸੀਂ ਕਰਨ ਜਾ ਰਹੇ ਹਾਂ ਪਲਾਂਟਸ ਦੀ, ਕਿ ਪੌਦਿਆਂ ਵਿੱਚ ਕਾਬੂ ਅਤੇ ਤਾਲਮੇਲ ਕਿਸ ਤਰ੍ਹਾਂ ਹੁੰਦਾ ਬੇਟਾ। ਹੁਣੇ ਮੈਂ ਤੁਹਾਨੂੰ ਦੱਸਿਆ ਕਿ ਪੌਦਿਆਂ ਵਿੱਚ ਨਰਵਸ ਸਿਸਟਮ ਤਾਂ ਹੈ ਨਹੀਂ, ਕੋਈ ਨਾੜੀ ਪ੍ਰਣਾਲੀ ਨਹੀਂ ਹੈ,
तो उन्होंने अंदर जो कंट्रोल एंड कोआर्डिनेशन है, काबू तालमेल है, वो हार्मोना द्वारा होंदा है। ये ਜਿਹੜੇ हार्मोन होंगे बेटा प्रोटीन के बने हुए प्रोटीन्स के बने हुए रसायनिक पदार्थ ने, ठीक है, जो कि अलग अलग एक्टिविटीज़ ਨੂੰ कंट्रोल कर रहे हैं प्लांट के अंदर। ਇਹਨਾਂ ਦੇ मेन ਆਪਾਂ 5 हार्मोन्स पढ़ते हैं। फर्स्ट हार्मोन है बेटा ऑक्सिन। ऑक्सिन ਨੂੰ ਅਸੀਂ ग्रोथ हार्मोन ਕਹਿੰਦੇ ਆ। ਇਹ ਤਣੇ ਨੂੰ, ਜੜ ਤੇ ਫਲਾਂ ਨੂੰ, ਠੀਕ ਹੈ, ਉਹਨਾਂ ਦੇ ਆਪਾਂ ਕਹਿੰਦੇ ਆ ਵਾਧੇ ਨੂੰ, ਵਾਧੇ ਕਰਕੇ ਸੈੱਲਾਂ ਨੂੰ ਲੰਬਾ ਕਰਦਾ ਹੈ। ਮੀਨਸ ਆਪਾਂ ਕਹਿ ਰਹੇ ਹਾਂ ਕਿ ਜਿਹੜੇ ਸੈੱਲਸ ਹੋਣਗੇ ਉਹ ਸਾਈਜ਼ ਉਹਨਾਂ ਦਾ ਵਧੇਗਾ, ਲੰਬਾਈ ਵਧੇਗੀ, ਜਿਹਦੇ ਕਰਕੇ ਤਣੇ ਦੀ, ਜੜ ਦੀ, ਫਲਾਂ ਦਾ ਜਿਹੜਾ ਵਾਧਾ ਹੈ ਉਹ ਵੱਧਦਾ ਜਾਏਗਾ। ਕਲੀਅਰ, ਸਾਈਜ਼ ਇਨਕਰੀਜ਼ ਹੁੰਦਾ ਜਾਏਗਾ। ਆਪਾਂ ਕਹਿੰਦੇ ਆ ਕਿ ਮੇਨ ਜਿਹੜੀ ਸਟੈਮ ਦੇ ਉੱਪਰ ਨੂੰ ਮੂਵਮੈਂਟ ਹੋ ਰਹੀ ਹੈ ਜਾਂ ਰੂਟ ਦੇ ਨੀਚੇ ਨੂੰ ਮੂਵਮੈਂਟ ਹੋ ਰਹੀ ਹੈ, ਉਹ ਕੌਣ ਰਿਸਪੌਂਸੀਬਲ ਹੈ? ਆਕਸੀਜਨ ਰਿਸਪੌਂਸੀਬਲ ਹੈ, ਠੀਕ ਹੈ। ਦੈਨ ਪੱਤਿਆਂ ਨੂੰ ਝੜਨ ਤੋਂ ਰੋਕਦਾ ਹੈ, ਯਾਨੀ ਕਿ ਉਹਨਾਂ ਨੂੰ ਯੰਗ ਰੱਖਦਾ ਹੈ। ਗੁਲਾਬ ਅਤੇ ਬੋਗਨਵਿਲੀਆ ਦੀ ਅਗਰ ਆਪਾਂ ਗੱਲ ਕਰੀਏ, ਉਹਨਾਂ ਦੇ ਪੌਦਿਆਂ ਦੇ ਅਗਰ ਟੁਕੜਿਆਂ ਦੀ ਆਪਾਂ ਕਲਮ ਲਗਾ ਦਿੰਦੇ, ਤੁਸੀਂ ਦੇਖਿਆ ਹੋਣਾ ਕਿ ਅਗਰ ਮਾਲੀ ਨੂੰ ਕਹੀਏ ਕਿ ਪੌਦੇ, ਗੁਲਾਬ ਦਾ ਪੌਦਾ ਹੋਰ 5-7 ਲਾਣੇ ਆ, ਉਸੇ ਪਲਾਂਟ 'ਚੋਂ ਇੱਕ ਛੋਟੇ ਛੋਟੇ ਸਟੈਮ ਕਟਿੰਗਸ ਲੈਂਦਾ, ਕਲਮ ਲੈਂਦਾ, ਉਹਨੂੰ ਮਿੱਟੀ 'ਚ ਦੱਬ ਦਿੰਦਾ ਹੈ ਨਾ। ਤਾਂ ਬਈ ਜਦੋਂ ਮਿੱਟੀ 'ਚ ਦੱਬਿਆ, ਉਹ 'ਚ ਦੇਖਿਆ ਜੜ੍ਹਾਂ ਵਿਕਸਿਤ ਹੋਈਆਂ। ਸਭ ਤੋਂ ਪਹਿਲੇ ਉਹ ਜੜ੍ਹਾਂ ਵਿਕਸਿਤ ਕਰਨ ਵਿੱਚ, ਉਸ ਕਲਮ ਤੋਂ ਜੜ੍ਹਾਂ ਵਿਕਸਿਤ ਕਰਨ 'ਚ ਕੌਣ ਰਿਸਪੌਂਸੀਬਲ ਹੈ? ਆਕਸੀਜਨ ਹਾਰਮੋਨ। ਦੈਨ ਨੈਕਸਟ ਹਾਰਮੋਨ ਜਿਹੜਾ ਆਉਂਦਾ ਬੇਟਾ ਵੈਰੀ ਇੰਪੋਰਟੈਂਟ, ਉਹ ਹੈ ਜਿਬਰਲਿਨ। ਜਿਬਰਲਿਨ ਦਾ ਕੰਮ ਕੀ ਹੈ ਬੇਟਾ? ਸਭ ਤੋਂ ਪਹਿਲੇ ਕਿ ਇਹ ਬੀਜ ਪੁੰਗਰਨ ਦੀ ਕਿਰਿਆ ਦੀ ਸ਼ੁਰੂਆਤ ਕਰਦਾ ਹੈ ਔਰ ਇਹ ਪੌਦਿਆਂ ਨੂੰ ਲੰਬਾਈ ਵਿੱਚ ਵਧਣ ਲਈ ਸਹਾਇਤਾ ਕਰਦਾ ਹੈ ਨਾ। ਅਸੀਂ ਪੜ੍ਹਦੇ ਸੀਗੇ ਇਹ ਗੱਲ ਨੂੰ ਕਿ ਬਈ ਜਿਹੜਾ ਜਿਬਰਲਿਨ ਹੈ ਹਾਰਮੋਨ ਦਾ ਪਤਾ ਕਿੱਦਾਂ ਲੱਗਾ ਕਿ ਜਾਪਾਨ ਦੇ ਅੰਦਰ ਇੱਕ ਵਾਰੀ ਚਾਵਲ ਦੀ ਫਸਲ ਲੱਗੀ ਹੋਈ ਸੀ ਔਰ ਬਹੁਤ ਉਹ ਜ਼ਿਆਦਾ ਹੀ ਗਰੋ ਕਰ ਗਈ। ਉਹਨਾਂ ਨੇ ਕਹਿਤਾ ਬਈ ਚਾਵਲ ਨੂੰ ਫੁਲਿਸ਼ ਡਿਜ਼ੀਜ਼ ਹੋ ਗਈ ਹੈ ਕਿ ਉਹ ਐਡੇ ਲੰਬੇ ਲੰਬੇ ਹੋ ਗਏ। ਲੇਕਿਨ ਬਾਅਦ ਵਿੱਚ ਪਤਾ ਚੱਲਿਆ ਕਿ ਉਸ ਫੀਲਡ ਵਿੱਚ ਇੱਕ ਫੰਗਸ ਹੈ ਜਿਹਦਾ ਨਾਮ ਸੀ ਜਿਬਰੈਲਾ ਫਿਊਜੀਕੋਰਾਏ, ਠੀਕ ਹੈ, ਇੱਕ ਉੱਲੀ ਸੀ ਜਿਹਨੇ ਕੁਝ ਇੱਦਾਂ ਦਾ ਕੈਮੀਕਲ ਰਿਲੀਜ਼ ਕੀਤਾ ਜਿਹਦੇ ਕਰਕੇ ਉਹ ਪੌਦੇ ਲੰਬੇ ਹੋ ਗਏ। ਕਲੀਅਰ, ਤਾਂ ਇਟ ਮੀਨਸ ਅਸੀਂ ਇਹਨੂੰ ਆਰਟੀਫਿਸ਼ੀਅਲੀ ਵੀ ਤਿਆਰ ਕਰ ਸਕਦੇ ਹਾਂ। ਉਹਦੇ ਤੋਂ ਇਹ ਨਾਮ ਕੀ ਆਇਆ? ਜਿਬਰੈਲਿਨ, ਯਾਨੀ ਕਿ ਇੱਕ ਗਰੋਥ ਹਾਰਮੋਨ ਹੈ ਜਿਹੜਾ ਕਿਹਨੂੰ ਇਨਕਰੀਜ਼ ਕਰ ਰਿਹਾ? ਲੈਂਥ ਨੂੰ ਇਨਕਰੀਜ਼ ਕਰ ਰਿਹਾ, ਯਾਨੀ ਕਿ ਦੋ ਨੋਡਸ ਦੇ ਵਿਚਕਾਰ ਜਿਹੜੀ ਇੰਟਰ ਨੋਡ ਹੁੰਦੀ ਉਹਨੂੰ ਵੀ ਇਨਕਰੀਜ਼ ਕਰਨਾ, ਜਿੱਦਾਂ ਕਿ ਗੰਨੇ ਦੀ ਲੰਬਾਈ ਨੂੰ ਵਧਾਉਣਾ, ਠੀਕ ਹੈ। ਇਹਦੇ ਲਈ ਕੌਣ ਰਿਸਪੌਂਸੀਬਲ ਹੋ ਗਿਆ? ਜਿਬਰੈਲਿਨ। ਥਰਡ ਆਉਂਦਾ ਬੇਟਾ ਸਾਈਟੋਕਾਈਨਿਨ। ਸਾਈਟੋ ਵਰਡ ਸੈੱਲ ਤੋਂ ਹੈ, ਤਾਂ ਇੱਥੋਂ ਯਾਦ ਰੱਖੋ ਕਿ ਇਹ ਸੈੱਲ ਡਿਵੀਜ਼ਨ 'ਚ ਹੈਲਪ ਕਰੇਗਾ, ਯਾਨੀ ਕਿ ਸੈੱਲ ਨੂੰ ਡਿਵਾਈਡ ਕਰਨ 'ਚ। ਤਾਂ ਦੇਖੋ ਇਹ ਸੈੱਲਾਂ ਦੀ ਗਿਣਤੀ ਵਧਾ ਕੇ ਪੌਦਿਆਂ ਵਿੱਚ ਵਾਧਾ ਕਰੇਗਾ, ਸੈੱਲ ਡਿਵੀਜ਼ਨ ਕਰੇਗਾ, ਠੀਕ ਹੈ, ਔਰ ਨਾਲ ਦੇ ਨਾਲ ਇਹ ਕਲੋਰੋਫਿਲ ਦੀ ਮਾਤਰਾ ਨੂੰ ਵੀ ਵਧਾਉਂਦਾ ਹੈ। ਕਲੀਅਰ ਬੱਚੇ, ਸਾਈਟੋਕਾਈਨਿਨ ਦਾ ਰੋਲ। ਫੋਰਥ ਆ ਗਿਆ ਸਾਡੇ ਕੋਲ ਐਬਸਿਸਿਕ ਐਸਿਡ। ਐਬਸਿਸਿਕ ਜਿਹੜਾ ਉਹ ਗਰੋਥ ਇਨਹਿਬਿਟਰ ਹਾਰਮੋਨ ਹੈ, ਠੀਕ ਹੈ। ਪਹਿਲੇ ਜਿਹੜੇ ਅਸੀਂ 3 ਪੜ੍ਹ ਕੇ ਆਏ ਹਾਂ ਉਹ ਸਾਰੇ ਗਰੋਥ ਪ੍ਰਮੋਟਰਸ ਨੇ, ਵਾਧਾ ਕਰਨ ਵਾਲੇ ਆ, ਠੀਕ ਹੈ, ਗਰੋਥ ਨੂੰ ਵਧਾਉਣ ਵਾਲੇ ਆ। ਇਹ ਜਿਹੜਾ ਮੈਂ ਪੜ੍ਹ ਰਹੀ ਹਾਂ ਐਬਸਿਸਿਕ ਐਸਿਡ, ਇਹ ਵੀ ਇਹਨੂੰ ਕਿਹਾ ਜਾਂਦਾ ਹੈ। ਇਹ ਕੀ ਹੈ? ਵਾਧਾ ਰੋਕਣ ਵਾਲਾ ਹਾਰਮੋਨ ਹੈ, ਗਰੋਥ ਇਨਹਿਬਿਟਰ ਹਾਰਮੋਨ ਹੈ। ਇਹ ਪੱਤਿਆਂ, ਫੁੱਲਾਂ ਅਤੇ ਫਲਾਂ ਦੇ ਗਿਰਨ ਦੀ ਕਿਰਿਆ ਨੂੰ ਵਧਾਉਂਦਾ ਹੈ, ਯਾਨੀ ਕਿ ਐਬਸੈਸ਼ਨ। ਐਬਸੈਸ਼ਨ ਮਤਲਬ ਗਿਰਨਾ। ਤਾਂ ਇਹ ਸਾਰੇ ਗਿਰਨਗੇ ਇਹ ਚੀਜ਼ਾਂ, ਯਾਨੀ ਕਿ ਮੈਚੋਰਿੰਗ ਹੋ ਰਹੀ ਹੈ ਪਲਾਂਟ ਦੇ ਅੰਦਰ, ਪੌਦੇ ਦੇ ਵਾਧੇ ਨੂੰ ਰੋਕ ਰਿਹਾ, ਠੀਕ ਹੈ, ਇਨਹਿਬਿਟ ਕਰ ਰਿਹਾ ਗਰੋਥ ਨੂੰ। ਔਰ ਥਰਡ ਪੁਆਇੰਟ ਸਟੋਮੈਟਾ ਨੂੰ ਬੰਦ ਕਰ ਰਿਹਾ। ਸਟੋਮੈਟਾ ਕਲੋਜ਼ ਕਰੇਗਾ ਕਿ ਪਲਾਂਟ ਦੀ ਐਕਟੀਵਿਟੀ ਜਿਹੜੀ ਘਟ ਜਾਏ, ਠੀਕ ਹੈ। ਇੱਕ ਡੋਰਮੈਂਸੀ ਇੰਡਿਊਸ ਕਰਦਾ ਪਲਾਂਟ ਦੇ ਅੰਦਰ। ਡੋਰਮੈਂਸੀ ਹੁੰਦਾ ਕਿ ਜਦੋਂ ਪੌਦਾ ਇੱਕ ਸ਼ਾਂਤ ਅਵਸਥਾ 'ਚ ਚੱਲ ਜਾਂਦਾ ਕਿ ਉਹਦੀ ਐਕਟਿਵਨੈਸ ਖਤਮ ਹੋ ਜਾਂਦੀ ਹੈ, ਠੀਕ ਹੈ, ਉਹਨੂੰ ਕਹਿੰਦੇ ਡੋਰਮੈਂਟ ਕੰਡੀਸ਼ਨ। ਤਾਂ ਐਬਸਿਸਿਕ ਐਸਿਡ ਜਿਹੜਾ ਉਹ ਡੋਰਮੈਂਸੀ ਇੰਡਿਊਸ ਕਰੇਗਾ, ਪਾਏਗਾ ਪਲਾਂਟ ਦੇ ਅੰਦਰ। ਪਰ ਜਿਹੜੇ ਆਕਸੀਜਨ ਵਗੈਰਾ ਅਸੀਂ ਪੜ੍ਹੇ ਨੇ ਉਹ ਡੋਰਮੈਂਸੀ ਨੂੰ ਕੀ ਕਰਦੇ ਆ? ਬ੍ਰੇਕ ਕਰਦੇ ਆ, ਤੋੜਦੇ ਆ, ਕਿਉਂਕਿ ਉਹ ਵਾਧਾ ਕਰਦੇ ਨੇ, ਠੀਕ ਹੈ ਬੱਚੇ। तो फिफ्थ जो आ गया साढ़े को हार्मोन वो है इथिलीन। इथिलीन यानी कि फ्रूट्स ਨੂੰ ਪਕਾਉਣ ਵਿੱਚ ਮਦਦ ਕਰੇਗਾ, है ना। फ्रूट राइपनिंग हार्मोन है और पत्तियां ਦੇ ਗਿਰਨ ਦੀ ਕਿਰਿਆ ਨੂੰ ਹੋਰ तेज करता है। तो क्लियर बेटा जी ये 5 हार्मोन्स। ਨੈਕਸਟ ਆਂਦਾ बेटा ਪੌਦਿਆਂ ਵਿੱਚ ਗਤੀਆਂ। ਹੁਣ ਆਪਾਂ ਦੇਖੀਏ ਪਲਾਂਟਸ ਦੇ ਅੰਦਰ ਕਿਸ ਕਿਸ ਤਰ੍ਹਾਂ ਦੀਆਂ ਮੂਵਮੈਂਟਸ ਹੁੰਦੀਆਂ। बेटा ਆਪਾਂ ਦੋ ਤਰ੍ਹਾਂ ਦੀਆਂ ਮੂਵਮੈਂਟਸ ਪੜ੍ਹਦੇ ਹਾਂ, ਨੈਸਟਿਕ ਮੂਵਮੈਂਟਸ ਤੇ ਟ੍ਰੋਪਿਕ ਮੂਵਮੈਂਟਸ, है ना। ਸਭ ਤੋਂ ਪਹਿਲੇ ਆਈਆਂ ਨੈਸਟਿਕ ਗਤੀਆਂ। ਹੁਣ बेटा ਇਹ ਜਿਹੜੀਆਂ ਗਤੀਆਂ ਨੇ ਇਹ ਸੈੱਲ ਦੇ ਆਕਾਰ ਬਦਲਣ ਕਾਰਨ ਹੁੰਦੀਆਂ ਨੇ, ਠੀਕ ਹੈ। ਸੈੱਲ ਦੀ ਸ਼ੇਪ ਚੇਂਜ ਹੋ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਛੁਈਮੀ ਦਾ ਪੌਦਾ ਟੱਚ ਮੀ ਨਾਟ, ਜਦੋਂ ਅਸੀਂ ਉਹਨੂੰ ਹੱਥ ਲਗਾਉਂਦੇ ਹਾਂ ਤਾਂ ਕਿਸ ਤਰ੍ਹਾਂ ਉਹਦੇ ਲੀਵਸ ਸਾਰੇ ਡਰੂਪ ਕਰ ਜਾਂਦੇ, ਨੀਚੇ ਨੂੰ ਗਿਰ ਜਾਂਦੇ, ਔਰ ਆਫਟਰ ਸਮ ਟਾਈਮ ਦੇ ਅਗੇਨ ਰਿਟੇਨ देयर ओरिजिनल शेप, ਦੁਬਾਰਾ ਉਹੀ ਸ਼ੇਪ 'ਚ ਪੱਤੀਆਂ ਆ ਜਾਂਦੀਆਂ ਨੇ। ਇਟ ਮੀਨਸ ਉਹਦੇ ਸੈੱਲਾਂ ਦਾ ਆਕਾਰ ਬਦਲਿਆ। ਇਹ ਪਰਮਾਨੈਂਟ ਚੇਂਜ ਨਹੀਂ ਹੈ। ਨਾਲੇ ਨੈਸਟਿਕ ਮੂਵਮੈਂਟ ਜਿਹੜੀਆਂ ਹੁੰਦੀਆਂ ਇਹ ਕੋਈ ਗਰੋਥ ਮੂਵਮੈਂਟਸ
नहीं है, नॉन ग्रोथ मूवमेंट्स है, ठीक है। और ਇਹ ਜਿਹੜੀਆਂ मूवमेंट है नहीं है कि है भाई किसी स्टिमुलस की तरफ हो रही है, किसी संवेदना की तरफ हो रही है या उस तो उलट हो रही है, नहीं, ये स्टिमुलस ते डिपेंड नहीं करदियां नैस्टिक मूवमेंट्स, ना ही है ग्रोथ हार्मोन्स होंदियां। मैं गल करा दोपहर खिड़ी दी, दोपहर होए वो खिड़ गया है ना, और बाद में आप देखते हैं फिर वो फ्लावर जो बंद हो गया। इट मीनस ये सारिया कि मूवमेंट्स आ गई बेटा, नैस्टिक मूवमेंट्स आ गई। अगर तुसी जी अगर छुई मुई की गल करिए तो छुई मुई के अंदर आप कहने कि बई गिर किदा गए, ये जोड़े पत्ते से ड्रूप किदा कर गए, मुरझा किदा गए एकदम हथ लगाना। तो असी कहने कि जोड़े वो अंदर आयनस होंगे ने, आप ये पोटाशियम आयनस बारे पढ़ते हैं कि जोड़े आयनस होंगे ने वो लीव्स के विचों निकल के पत्ते के थले एक मोटी जी जगह होंगी है जिन्हों असी कहने बेटा पल्विनस, वो अंदर एंटर कर जाते हैं। यदा मतलब सोचो अगर कोई गुब्बारा है वो पानी या हवा कढ़ दिए, वो अपनी शेप वो खत्म हो जाती है, वो मुरझा जाता है, बिल्कुल बंद हो जाता है गुब्बारा, फिर हवा भर दो वो फिर अपनी शेप ले लेंदा। सेम जो पत्तियां दे विचों जड़ा कह लो कि वाटर सी या जो आयनस सी जो निकल गए, पत्ते मुरझा गए क्योंकि उन्होंने जी टर्जिडिटी सी जी उन्होंने शेप मेनटेन की हुई सी उस मटीरियल ने, वो तो उत्थे रहा नहीं, तो उन्होंने शेप चेंज हो गई, सैलों का आकार बदल गया। लेकिन जदों वो मटीरियल फिर सैल के अंदर चल गया, उन्होंने फिर अपनी शेप दोबारा वापस उदा दी ले ली, तो पत्ते फिर दोबारा उदा के उदा ही बन गए। क्लीयर बेटा। तो ये ना कोई ग्रोथ हुई ना कोई स्टिमुलस रिस्पोंसिबल होया। सैकेंड आंदा है अनुवर्तनी क्रियावां, यानी कि ये अनुवर्तनी जिहड़ियां गतियां ने उन्हें ट्रॉपिक मूवमेंट्स। बेटा ये हमेशा आप देखते हैं वाधा करके होंदियां ने, यह गतियां सैलों की गिनती विच वाधा करके होंदियां ने, और यह हमेशा वातावरण ते भी निर्भर करदियां ने। और वातावरणी जिहड़ी संवेदना अनुसार ये गतियां मुख्य तौर पर कहते 4 प्रकार दियां ने। ये मूवमेंट्स हमेशा स्टिमुलस नूं ध्यान च रख के होंदियां ने, या स्टिमुलस की तरफ होणगियां या स्टिमुलस तो परां होणगियां। क्लीयर, ठीक है। यानी कि आप देख रहे हैं कि जेकर उहदे तरफ हो रही है तो असीं इहनूं पॉजिटिव कह देंगे, पॉजिटिव मूवमेंट्स हो रही है। अगर वो स्टिमुलस की तरफ ने, अगर वो स्टिमुलस तो ओपोजिट साइड ने तो उन्होंने असीं नैगेटिव कह देंगे। क्लीयर। हुण इह टाइप्स किहड़ियां ने, सब तो पहले प्रकाशनी अनुवर्तन तुसीं पढ़ चुके हो बेटा, लाइट की तरफ, ठीक है। हुण आपां फोटोट्रॉपिज्म इहनूं कहने आ। स्टैम जिहड़ी है पॉजिटिवली फोटोट्रॉपिक है क्योंकि वो रोशनी की तरफ जाती है, और जिहड़ी रूट है वो की है नैगेटिवली फोटोट्रॉपिक है क्योंकि वो हमेशा रोशनी तो परां जाती है। क्लीयर बच्चे। ये अंदर भी ऑक्सीजन की इन्वॉल्वमेंट है, ऑक्सीजन हार्मोन ने हैल्प करना है ग्रोथ लिए। ऑक्सीजन हार्मोन आप कहने हमेशा किहड़ी वाली साइड बनता है, शेड वाली साइड, जिहड़ी स्टैम की शेड, जिहड़ी स्टैम की साइड शेड नूं फेस कर रही है उधरली साइड ऑक्सीजन बनेगा तो वही ग्रोथ होंदी जाएगी। देन इज भू-परिवर्तन मीनस जियोट्रॉपिज्म, ठीक है, टूवर्ड सॉइल। तो तुहानूं पता है जिहड़ी स्टैम होएगी उन्होंने नैगेटिवली जियोट्रॉपिक हो जाएगी, तो जिहड़ी रूट होएगी वो हमेशा धरती वाल नूं जाती है तो की होगी पॉजिटिवली जियोट्रॉपिक। देन इज जली अनुवर्तन, जली यानी कि हाइड्रोट्रॉपिज्म, हाइड्रो पानी जड़ा हमेशा पानी की तरफ मूव करदियां ने, तो आप ये की कहांगे कि है जड़ा जड़ियां ने वो पॉजिटिवली हाइड्रोट्रॉपिक ने। क्लीयर। देन इज रसायनिक अनुवर्तन, रसायनिक यानी कि कैमिकल है, कीमोट्रॉपिज्म है। हुण बेटा ये तुसीं उदाहरण पढ़ी होगी, याद होएगा पोलन ग्रेन्स की, है ना। असीं स्लाइड के सेंटर विच की कीता सी, पोलन ग्रेन्स डस्ट कर ले सी और साइड्स ते कुछ कैमिकल्स पाते सी जिहड़े कि पोलन ग्रेन दे विचों पोलन ट्यूब नूं ग्रो करने रिस्पोंसिबल ने, ग्रोथ लिए रिस्पोंसिबल है। तो जदों देखा जिहड़ी साइड ते कैमिकल पिया सीगा पोलन ग्रेन्स दियां विचों पोलन ट्यूब्स उसी साइड वाल निकलियां, यानी कि कैमिकल की तरफ निकलियां। या आप कहने प्लांट की गल करिए, प्लांट के स्टिगमा के उपर आके जो पोलन ग्रेन डिगदा है, वो जो पराग कण डिग्या, ठीक है, वो असी कहने कि फीमेल पार्ट के उत्तर जो स्त्री कैसर से स्टिगमा के उपर आके गिरिया तो की होंदा है, जिहड़ी पोलन ट्यूब होंदी है हमेशा स्टाइल वाल नूं यानी कि अंदर वाल नूं ग्रो करती है। इदा तो नहीं होया कि पोलन ग्रेन के उपर हवा विच जानी शुरू होगी पोलन ट्यूब, नो, अंदर नूं जा रही है यानी कि कैमिकल की तरफ जा रही है, तो की होगी बेटा पॉजिटिवली कीमोट्रॉपिक। तो क्लीयर बेटा, ये आप पढ़िया नैस्टिक मूवमेंट्स एंड ट्रॉपिक मूवमेंट्स। नैक्सट टॉपिक इज जंतु हार्मोन्स। बेटा हार्मोनां नूं बनाउण वाले अंगां नूं असीं ग्रंथियां कहंदे यानी कि ग्लैंड्स कहंदे आ, जिन्हां चों हार्मोन्स निकलदे वो किहड़े ग्लैंड्स ने, एंडोक्राइन ग्लैंड्स कहा जाता है। हार्मोन ग्रंथियां विच बनन तो बाद
ਟਾਰਗੇਟ ਅੰਗਾਂ ਤੱਕ ਖੂਨ ਦੁਆਰਾ ਜਾਂਦੇ ਨੇ, ਠੀਕ ਹੈ। ਇਹਨਾਂ ਨੂੰ ਐਂਡੋਕਰਾਈਨ ਗਲੈਂਡਸ ਕਿਹਾ ਜਾਂਦਾ ਹੈ, ਠੀਕ ਹੈ। ਇੱਕ ਹੁੰਦੇ ਐਗਜ਼ੋਕਰਾਈਨ ਗਲੈਂਡ ਜਿਨ੍ਹਾਂ 'ਚ ਡਕਟ ਹੁੰਦੀ ਹੈ, ਜਿਹੜੇ ਡਕਟ ਰਾਹੀਂ ਆਪਣੀ ਸਿਕਰੀਸ਼ਨ ਭੇਜਦੇ ਆ। ਪਰ ਐਂਡੋਕਰਾਈਨ ਗਲੈਂਡ ਜਿਹੜੇ ਹੁੰਦੇ ਉਹ ਡਕਟਲੈਸ ਗਲੈਂਡਸ ਹੁੰਦੇ ਨੇ, ਤੋਂ ਇਹ ਆਪਣੀ ਜਿਹੜੀ ਸਿਕਰੀਸ਼ਨ ਹੈ, ਜਿਹੜੇ ਹਾਰਮੋਨਸ ਹੈ, ਉਹਨੂੰ ਖੂਨ ਦੁਆਰਾ ਟਾਰਗੇਟ ਆਰਗਨ ਤੱਕ ਭੇਜਣਗੇ। ਹੁਣ ਅਸੀਂ ਬੇਟਾ ਡਿਫਰੈਂਟ ਟਾਈਪਸ ਦੇ ਹਾਰਮੋਨਸ ਪੜ੍ਹਾਂਗੇ ਅਤੇ ਪੜ੍ਹਾਂਗੇ ਕਿਹੜੀ ਗ੍ਰੰਥੀ ਤੋਂ ਰਿਲੀਜ਼ ਹੁੰਦਾ ਹੈ, ਬੋਡੀ 'ਚ ਕਿੱਥੇ ਪ੍ਰੈਜ਼ੈਂਟ ਹੈ, ਉਹਦਾ ਕੰਮ ਕੀ ਹੈ। ਫਸਟ ਦੇਖੀਏ ਥਾਇਰਾਇਡ ਹੈ, ਗ੍ਰੰਥੀ ਦਾ ਨਾਮ ਹੈ ਥਾਇਰਾਇਡ। ਇਹਦੇ 'ਚੋਂ ਹਾਰਮੋਨ ਨਿਕਲ ਰਿਹਾ ਥਾਇਰੋਕਸੀਨ, ਇਹ ਗਲੇ ਵਿੱਚ ਪ੍ਰੈਜ਼ੈਂਟ ਹੈ। ਇਹਦਾ ਕੰਮ ਕੀ ਹੈ, ਕਾਰਬੋਹਾਈਡਰੇਟਸ, ਚਰਬੀ ਅਤੇ ਪ੍ਰੋਟੀਨ ਦੀ ਵਰਤੋਂ ਕਰਕੇ ਸਰੀਰ ਵਿੱਚ ਵਾਧਾ ਕਰਨਾ। ਕਲੀਅਰ ਬੇਟਾ। ਸੈਕਿੰਡ ਨੰਬਰ ਆਉਂਦੀ ਹੈ ਗ੍ਰੰਥੀ ਪਿਚੂਟਰੀ ਗ੍ਰੰਥੀ, ਜਿਹਨੂੰ ਅਸੀਂ ਆਪਣੀ ਬੋਡੀ ਦੀ ਮਾਸਟਰ ਗ੍ਰੰਥੀ ਕਹਿੰਦੇ ਹਾਂ, ਜੋ ਕਿ ਕਿੱਥੇ ਪ੍ਰੈਜ਼ੈਂਟ ਹੈ ਬੇਟਾ, ਸਾਡੇ ਦਿਮਾਗ ਵਿੱਚ। ਕਲੀਅਰ। ਇਹਦੇ ਵਿੱਚੋਂ ਹਾਰਮੋਨ ਮੇਨਲੀ ਕਿਹੜਾ ਨਿਕਲਣਾ, ਵਾਧੇ ਵਾਲੇ ਹਾਰਮੋਨ ਨਿਕਲਣੇ। ਤੋ ਇਟ ਮੀਨਸ ਨਾਮ ਤੋਂ ਹੀ ਪਤਾ ਚੱਲ ਰਿਹਾ ਇਹ ਸਾਡੇ ਵਾਧੇ ਅਤੇ ਵਿਕਾਸ ਲਈ ਜ਼ਰੂਰੀ ਹੋ ਗਿਆ। ਇਹਨੂੰ ਮਾਸਟਰ ਗ੍ਰੰਥੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਬੋਡੀ ਦੀ ਬਾਕੀ ਸਾਰੇ ਗਲੈਂਡਸ ਨੂੰ ਕੰਟਰੋਲ ਕਰਦਾ ਹੈ, ਯਾਨੀ ਕਿ ਉਹਨਾਂ ਨੇ ਕੰਮ ਕਰਨਾ ਹੈ ਕਿ ਨਹੀਂ ਕਰਨਾ, ਇਹ ਚੀਜ਼ ਦਾ ਮੈਸੇਜ ਕਿਹਦੇ ਤੋਂ ਆਉਣਾ ਹੈ, ਪਿਚੂਟਰੀ ਗ੍ਰੰਥੀ ਤੋਂ ਆਏਗਾ। ਥਰਡ ਗ੍ਰੰਥੀ ਹੈ ਬੇਟਾ ਐਡਰੀਨਲ ਗ੍ਰੰਥੀ, ਐਡਰੀਨਲ ਗਲੈਂਡ। ਇਹ 'ਚੋਂ ਹਾਰਮੋਨ ਨਿਕਲਦਾ ਹੈ ਐਡਰੀਨਾਲੀਨ, ਠੀਕ ਹੈ, ਜੋ ਕਿ ਇਹ ਸਾਡੇ ਗੁਰਦਿਆਂ ਦੇ ਉੱਪਰ, ਕਿਡਨੀ ਦੇ ਉੱਪਰ ਸਿਚੁਏਟਿਡ ਹੈ, ਠੀਕ ਹੈ। ਕਿਡਨੀ ਨੂੰ ਰੀਨਲ ਕਿਹਾ ਜਾਂਦਾ ਹੈ, ਇਸ ਕਰਕੇ ਇਹਦੇ ਉੱਪਰ ਪ੍ਰੈਜ਼ੈਂਟ ਹੈ, ਤਾਂ ਐਡਰੀਨਲ ਨਾਮ ਦੇ ਦਿੱਤਾ ਗਿਆ। ਇਹਦਾ ਕੰਮ ਹੈ ਸਾਡੇ ਲਹੂ ਦਾ ਦਬਾਅ, ਦਿਲ ਦੀ ਧੜਕਨ ਅਤੇ ਸੰਕਰਕਾਲੀਨ ਸਥਿਤੀਆਂ, ਹੈ ਨਾ। ਆਪਾਂ ਕਹਿੰਦੇ ਹਾਂ ਕਿ ਜਦੋਂ ਇੱਦਾਂ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਕਿ ਕੋਈ ਕਹਿ ਲਓ ਇਹਨੂੰ 3F ਹਾਰਮੋਨ ਕਿਹਾ ਜਾਂਦਾ ਹੈ, ਕੋਈ ਫਰਾਈਟ ਵਾਲੀ ਜਾਂ ਫਲਾਈਟ ਵਾਲੀ ਜਾਂ ਫਾਈਟ ਵਾਲੀ, ਡਰ ਵਾਲੀ ਕੋਈ ਕੰਡੀਸ਼ਨ ਹੋਏ, ਉਦੋਂ ਇਹਨੇ ਆਪਾਂ ਕਹਿੰਦੇ ਹਾਂ ਕਿ ਊਰਜਾ ਦੀ ਮਾਤਰਾ ਨੂੰ ਨਿਯੰਤਰਿਤ ਕਰਨਾ ਹੈ ਸਾਡੀ ਬੋਡੀ ਦੇ ਅੰਦਰ। ਇਟ ਮੀਨਸ ਇਹਨਾਂ ਨੇ ਜਿਹੜਾ ਐਡਰੀਨਾਲੀਨ ਹਾਰਮੋਨ ਹੈ, ਇਹਨੂੰ ਮੈਂ ਐਮਰਜੈਂਸੀ ਹਾਰਮੋਨ ਕਹਿ ਰਹੀ ਹਾਂ। ਐਮਰਜੈਂਸੀ ਹਾਰਮੋਨ ਇਸ ਕਰਕੇ ਕਿਉਂਕਿ ਇਹਨੇ ਉਸ ਕੰਡੀਸ਼ਨ 'ਚ ਰਿਲੀਜ਼ ਹੋਣਾ ਹੈ ਜਦੋਂ ਮੇਰੀ ਬੋਡੀ 'ਚ ਕੋਈ ਐਮਰਜੈਂਸੀ ਹੈ, ਕੋਈ ਡਰ ਵਾਲੀ ਕੰਡੀਸ਼ਨ ਹੈ, ਤਾਂ ਮੇਰੀ ਬੋਡੀ ਦੇ ਬਲੱਡ ਪ੍ਰੈਸ਼ਰ ਨੂੰ ਮੇਨਟੇਨ ਕਰਨਾ, ਹਾਰਟ ਬੀਟ ਨੂੰ ਕੰਟਰੋਲ ਕਰਨਾ, ਹੈ ਨਾ, ਬੋਡੀ ਦੇ ਅੰਦਰ એનર્ਜੀ ਦੇ ਲੈਵਲ ਨੂੰ ਕੰਟਰੋਲ ਕਰਕੇ ਰੱਖਣਾ ਕਿਹਦਾ ਕੰਮ ਹੋ ਗਿਆ, ਐਡਰੀਨਾਲੀਨ ਹਾਰਮੋਨ ਦਾ ਕੰਮ ਹੋ ਗਿਆ। ਫੋਰਥ ਆਉਂਦਾ ਬੇਟਾ ਗਲੈਂਡ ਪੈਨਕ੍ਰੀਆਸ। ਤੁਸੀਂ ਡਾਈਜੈਸਟਿਵ ਜਦੋਂ ਸਿਸਟਮ ਪੜ੍ਹਦੇ ਸੀ ਉਹਦੇ 'ਚ ਪੈਨਕ੍ਰੀਆਸ ਬਾਰੇ ਪੜ੍ਹਿਆ ਸੀ ਕਿ ਉਹਦੇ 'ਚ ਕੁਝ ਇੰਜ਼ਾਈਮਸ ਵੀ ਨਿਕਲਦੇ ਸੀ ਪਲੱਸ ਹਾਰਮੋਨਸ ਵੀ ਨਿਕਲ ਰਹੇ। ਕਿਹੜਾ ਬੜਾ ਇੰਪੋਰਟੈਂਟ ਹਾਰਮੋਨ ਪੈਨਕ੍ਰੀਆਸ 'ਚੋਂ ਨਿਕਲਦਾ ਜਿਹਦਾ ਨਾਮ ਹੈ ਇਨਸੂਲਿਨ, ਹੈ ਨਾ। ਇਹ ਸਾਡੇ ਮੈਦੇ ਦੇ ਨੀਚੇ ਸਿਚੁਏਟਿਡ ਹੁੰਦਾ। ਹੁਣ ਇਹਦਾ ਕੰਮ ਕੀ ਹੈ, ਸਾਡੇ ਬਲੱਡ ਦੇ ਅੰਦਰ ਸ਼ੂਗਰ ਦੀ ਅਮਾਊਂਟ ਨੂੰ, ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਕੇ ਰੱਖਣਾ, ਕਿਉਂਕਿ ਇਨਸੂਲਿਨ ਦਾ ਕੰਮ ਹੁੰਦਾ ਹੈ ਜਿਹੜੇ ਬਲੱਡ ਦੇ ਅੰਦਰ ਗਲੂਕੋਜ਼ ਹੁੰਦਾ ਉਹਨੂੰ ਗਲਾਈਕੋਜਨ ਦੇ ਵਿੱਚ ਬਦਲ ਕੇ ਲਿਵਰ ਦੇ ਅੰਦਰ ਜਾ ਕੇ ਸਟੋਰ ਕਰ ਦੇਣਾ, ਲਿਵਰ 'ਚ ਸਟੋਰ ਹੋ ਜਾਂਦਾ। ਪਰ ਜਦੋਂ ਇਨਸੂਲਿਨ ਦੀ ਕਮੀ ਹੋ ਜਾਂਦੀ ਹੈ ਤਾਂ ਉਹ ਗਲੂਕੋਜ਼ ਇੱਦਾਂ ਹੀ ਬਲੱਡ 'ਚ ਘੁੰਮਦਾ ਰਹਿੰਦਾ, ਜਿਹਦੇ ਕਰਕੇ ਬਲੱਡ ਸ਼ੂਗਰ ਦਾ ਲੈਵਲ ਵੱਧ ਜਾਂਦਾ ਹੈ। ਕਲੀਅਰ ਬੇਟਾ। ਫਿਫਥ ਆਉਂਦਾ ਬੇਟਾ ਹਾਰਮੋਨ ਟੈਸਟੋਸਟੀਰੋਨ, ਜਿਹਨੂੰ ਨਰ ਹਾਰਮੋਨ ਕਹਿੰਦੇ ਆ, ਮੇਲ ਸੈਕਸ ਹਾਰਮੋਨ ਕਿਹਾ ਜਾਂਦਾ ਟੈਸਟੋਸਟੀਰੋਨ ਨੂੰ। ਇਹ ਕਿੱਥੋਂ ਨਿਕਲਦਾ ਬੇਟਾ, ਪਤਾਲੂ 'ਚੋਂ, ਯਾਨੀ ਕਿ ਟੈਸਟਿਸ 'ਚੋਂ, ਠੀਕ ਹੈ। ਪੇਟ ਦੇ ਨਿਚਲੇ ਭਾਗਾਂ ਵਿੱਚ ਪ੍ਰੈਜ਼ੈਂਟ ਹੋਏਗਾ। ਇਹਦਾ ਕੰਮ ਕੀ ਹੈ, ਨਰ ਵਿੱਚ ਪਿਊਬਰਟੀ ਸੰਬੰਧੀ ਬਦਲਾਵ, ਜਿੰਨੇ ਵੀ ਮੇਲ ਦੇ ਚੇਂਜਸ ਆਉਂਦੇ ਆ, ਤੁਸੀਂ ਜਿਹੜੇ ਲੱਛਣ ਪੜ੍ਹਦੇ ਹੋ ਸੈਕੰਡਰੀ ਲੱਛਣ, ਹੈ ਨਾ, ਜਾਂ ਮੇਲ ਦੇ ਜਿੰਨੇ ਵੀ ਕੈਰੈਕਟਰਸ ਨੇ ਉਹਨਾਂ ਨੂੰ ਕੰਟਰੋਲ ਕਰਨ 'ਚ ਕੌਣ ਰਿਸਪੌਂਸੀਬਲ ਹੋ ਗਿਆ ਬੇਟਾ, ਟੈਸਟੋਸਟੀਰੋਨ। ਨੈਕਸਟ ਸਿਕਸਥ ਹਾਰਮੋਨ ਹੈ ਬੇਟਾ ਐਸਟ੍ਰੋਜਨ, ਜੋ ਕਿ ਮਾਦਾ ਹਾਰਮੋਨ ਹੈ, ਮੇਲ ਸੈਕਸ ਹਾਰਮੋਨ ਹੈ ਈਸਟ੍ਰੋਜਨ। ਇਹ ਬੇਟਾ ਗ੍ਰੰਥੀ ਦਾ ਨਾਮ ਕੀ, ਕਿੱਥੋਂ ਨਿਕਲ ਰਿਹਾ ਬੱਚੇ, ਓਵਰੀਜ਼ ਦੇ ਅੰਦਰੋਂ। ਕਲੀਅਰ। ਓਵਰੀਜ਼ ਦੇ ਅੰਦਰ ਆਪਾਂ ਕਹਿੰਦੇ ਹਾਂ ਕਿ ਇਹ ਈਸਟ੍ਰੋਜਨ ਜਿਹੜਾ ਹਾਰਮੋਨ ਹੈ ਰਿਲੀਜ਼ ਹੋ ਰਿਹਾ, ਪੇਟ ਦੇ ਆਪਾਂ ਕਹਿੰਦੇ ਹਾਂ ਨਿਚਲੇ ਭਾਗਾਂ ਵਿੱਚ ਪ੍ਰੈਜ਼ੈਂਟ ਹੋਣਗੇ। ਹੁਣ ਇਹਦਾ ਕੰਮ ਕੀ ਹੈ, ਮਾਦਾ ਵਿੱਚ ਪਿਊਬਰਟੀ ਸੰਬੰਧੀ ਬਦਲਾਵ, ਕਿ ਜਦੋਂ ਫੀਮੇਲ ਦੇ ਅੰਦਰ ਪਿਊਬਰਟੀ ਆਉਂਦੀ ਹੈ ਨਾ, ਜੌਬਨ ਅਵਸਥਾ ਆਉਂਦੀ ਹੈ, ਉਦੋਂ ਜਿੰਨੇ ਉਹਨਾਂ ਦੇ ਅੰਦਰ ਸੈਕੰਡਰੀ ਸੈਕਸ਼ੂਅਲ ਕਰੈਕਟਰਸ ਅਪੀਅਰ ਹੁੰਦੇ ਆ, ਜੋ ਫੀਮੇਲ ਦੇ ਕਰੈਕਟਰਸ ਹੁੰਦੇ ਆ, ਉਹਨਾਂ ਵਿੱਚ ਜਿਹੜੇ ਬਦਲਾਵ ਆ ਰਹੇ ਨੇ ਉਹ ਸਾਰੇ ਕਿਹਦੇ ਕਰਕੇ ਆ ਰਹੇ ਬੇਟਾ, ਈਸਟ੍ਰੋਜਨ ਕਰਕੇ। ਤਾਂ ਕਲੀਅਰ ਬੇਟਾ। ਇਹ ਮੇਨ ਹਾਰਮੋਨਸ ਨੇ। ਇਹ ਹਾਰਮੋਨਸ ਬੇਟਾ ਜ਼ਿਆਦਾਤਰ ਪ੍ਰੋਟੀਨਸ ਦੇ ਵੀ ਬਣੇ ਹੁੰਦੇ ਆ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਨੇਚਰ ਅਮਾਈਨੋ ਐਸਿਡਸ ਦੀ ਵੀ ਹੁੰਦੀ ਹੈ, ਪਰ ਮੇਨਲੀ ਇਹ ਪ੍ਰੋਟੀਨੇਸ਼ੀਅਸ ਇਨ ਨੇਚਰ ਨੇ, ਜੋ ਕਿ ਗਲੈਂਡਸ ਦੇ ਵਿੱਚੋਂ ਨਿਕਲਦੇ ਪਏ ਨੇ। ਜਿਹੜੇ ਗਲੈਂਡਸ 'ਚੋਂ ਹਾਰਮੋਨਸ ਨਿਕਲਦੇ ਨੇ ਉਹਨਾਂ ਨੂੰ ਅਸੀਂ ਐਂਡੋਕਰਾਈਨ ਗਲੈਂਡਸ ਕਹਿੰਦੇ ਹਾਂ, ਔਰ ਇਹ ਡਕਟਲੈਸ ਗਲੈਂਡਸ ਹੁੰਦੇ ਨੇ। ਤਾਂ ਇਹ ਜਿਹੜੇ ਗਲੈਂਡਸ ਨੇ ਇਹ ਹਮੇਸ਼ਾ ਆਪਣੀ ਟਾਰਗੇਟ ਆਰਗਨ ਤੋਂ ਬੜੀ ਦੂਰ ਪਏ ਹੁੰਦੇ ਆ, ਤਾਂ ਇਸ ਕਰਕੇ ਜਿਹੜੀ ਇਹਨਾਂ ਦੀ ਸਿਕਰੀਸ਼ਨ ਹੈ ਹੁਣ ਦੂਰੀ ਤੱਕ ਭੇਜਣੀ ਹੈ, ਤਾਂ ਕਿਹਦੇ ਦੁਆਰਾ ਆਈ, ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਇਹ ਕਿਹਦੇ ਦੁਆਰਾ ਆ ਰਹੀ ਬੇਟਾ, ਖੂਨ ਦੇ ਦੁਆਰਾ ਪਹੁੰਚ ਰਹੀ ਹੈ। ਤਾਂ ਕਲੀਅਰ ਬੇਟਾ। ਮੈਂ ਉਮੀਦ ਕਰਦੀ ਹਾਂ ਕਿ ਜਿਹੜਾ ਅੱਜ ਅਸੀਂ ਇਹ ਚੈਪਟਰ ਕੀਤਾ ਹੈ ਕੰਟਰੋਲ ਐਂਡ ਕੋਆਰਡੀਨੇਸ਼ਨ, ਜਿਹਦੇ ਵਿੱਚ ਅਸੀਂ ਪਹਿਲੇ ਬੇਸਿਕ ਕਨਸੈਪਟਸ ਪੜ੍ਹੇ,
ਅਸੀਂ ਬ੍ਰੇਨ ਦਾ ਸਟਰਕਚਰ ਕੀਤਾ ਹੈ ਨਾ, ਜਿਹਨੂੰ ਅਸੀਂ ਨਰਵਸ ਸਿਸਟਮ ਦੇ ਅੰਡਰ ਇਨਕਲੂਡ ਕੀਤਾ। ਤੋ ਦੈਨ ਅਸੀਂ ਪਲਾਂਟਸ ਦੇ ਬਾਰੇ 'ਚ ਪੜ੍ਹਿਆ, ਪਲਾਂਟ ਹਾਰਮੋਨਸ ਬਾਰੇ, ਐਨੀਮਲ ਹਾਰਮੋਨਸ ਬਾਰੇ। ਕਲੀਅਰ? ਇਹਨੂੰ ਤੁਸੀਂ ਅੱਛੇ ਤਰ੍ਹਾਂ ਪੜ੍ਹ ਲੈਣਾ ਹੈ, ਕਿਉਂਕਿ ਇਹਦੇ ਅੰਦਰ ਬਹੁਤ ਕੁਝ ਮਾਈਨਿਊਟ ਚੀਜ਼ਾਂ ਨੇ, ਜਿੱਦਾਂ ਹਾਰਮੋਨਸ ਬਾਰੇ ਕੁਐਸਚਨ ਪੁੱਛੇ ਜਾ ਸਕਦੇ ਨੇ, ਵੈਰੀ ਇੰਪੋਰਟੈਂਟ। ਪਲਾਂਟ ਹਾਰਮੋਨਸ ਬਾਰੇ ਪੁੱਛੇ ਜਾ ਸਕਦੇ ਨੇ, ਬ੍ਰੇਨ ਦੇ ਉੱਪਰ ਬੇਸਡ ਕੁਐਸਚਨਸ ਆ ਸਕਦੇ ਨੇ। ਤਾਂ ਮੈਂ ਉਮੀਦ ਕਰਾਂਗੀ ਕਿ ਤੁਸੀਂ ਇਸ ਚੈਪਟਰ ਨੂੰ ਧਿਆਨ ਨਾਲ ਰਿਵਾਈਜ਼ ਕਰੋਗੇ, ਤਾਂ ਕਿ ਪੇਪਰ ਦੇ ਵਿੱਚ ਇਹਦੇ ਰਿਲੇਟਡ ਕੋਈ ਵੀ ਕੁਐਸਚਨ ਆਏ ਤੁਸੀਂ ਬਹੁਤ ਈਜ਼ੀਲੀ ਕਰ ਸਕੋ। ਓਕੇ ਬੇਟਾ ਜੀ, ਥੈਂਕ ਯੂ, ਟੇਕ ਕੇਅਰ।